मैं पोलीटिकल विषय पर लिखना चाहता सी काफ़ी देर तो। मैं 5-6 नाटक लिखे ने। तुसीं शायद मेरे उन्होंने नाटकों बारे बहुता नहीं जानते होगे। मैं एक नहीं पूरे 5-6 नाटक लिखे ने जिहड़े की नाम पोलीटिकल विषय के उपर, जिन्हां विचों दिल्ली रोड पर एक हादसा, एक सुपने का राजनीतिक कतल, और उस तो पहला जिहड़ा एक दो होर नाटकों में भी इहो जिहे मेरे वेरवे आते रहे पोलीटिकल। तो जदों मैनूं रविंदर नारायण जी ने वो आइडिया सुनाया तो मैनूं चंगा लग्या। मैनूं लग्या जर्नी ऑफ करैक्टर है, एक इहो जी फीमेल की कहानी सी जिहड़ी एक पॉलिटिक्स नूं पसंद नहीं करती, वो पोलीटिकल फैमिली च भी आई जाती है और मुड़ के फिर वो किद्दां संघर्ष करती है। तो मैनूं इदां लगदा कि जिहड़ा मैं पॉलिटिक्स दे विच सिੱਖਿਆ सी, जो कुछ मैं देखदा सी, वो सारा का सारा इस चौसर दे विच ढल गया है। कि चौस राजनीति तुहानूं पता शतरंज की खेड है। लिबरेट साहब, मैं एक गल होर शेयर करांगा तुहाडे नाल कि मैं तुसीं संघर्ष की गल कीती, मैं बहुत छोटी उम्र तो राजनीति विच हां ते मैं 11 साल की उम्र दे विच बहुत एक्टिव सीगा। मैं अकाली दल के नाल रल के उस वेले बहुत एक तरीके नाल, क्योंकि मेरी जैतो मंडी दे विच मैं कल्ला इहो जिहा बंदा हुंदा सी जिहड़ा रोज़ झंडियां बनांदा सीगा ते लोकां 'ਚ वंडदा सीगा। मैं कदे कागज़ ਦੀਆਂ ਕੱਟ ਕੇ कपड़े ਦੀਆਂ ਕੱਟ ਕੇ ਮੈਨੂੰ कपड़ा दे दिंदे ਸੀਗੇ। मैं झंडियां ਕੱਟ ਕੇ ਤੇ मैं नंगे पैरी, ਮੈਨੂੰ याद है गर्मियां ਦੇ ਦਿਨਾਂ ਦੇ ਵਿੱਚ ਅਸੀਂ ਗਲੀਆਂ 'ਚ ਭੱਜੇ ਫਿਰਦੇ ਹੁੰਦੇ ਸੀ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ। ਸਮਾਂ ਆਪਦੀ ਕਹਾਣੀ ਖੁਦ ਕਹਿੰਦਾ ਹੈ। ਸਿਆਸੀ ਦਿਨ ਲੰਘ ਚੁੱਕੇ ਨੇ, ਵੋਟਾਂ ਪੈ ਗਈਆਂ ਨੇ, ਪਰ ਹੁਣ ਗੱਲ ਨਵੀਂ ਸ਼ੁਰੂ ਹੋ ਗਈ ਹੈ। ਸਿਆਸੀ ਧਿਰਾਂ ਉਹਨਾਂ ਵੋਟਾਂ ਦੇ ਵਿੱਚ ਮੰਥਨ ਸ਼ੁਰੂ ਕਰ ਚੁੱਕੀਆਂ ਨੇ, ਪਰ ਇੱਕ ਗੱਲ ਹੋਰ ਵੀ ਚੱਲਦੀ ਨਜ਼ਰ ਆ ਰਹੀ ਹੈ। ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ ਇੱਕ ਚੌਸਰ ਨਿਕਲ ਕੇ ਸਾਹਮਣੇ ਆਈ ਹੈ। ਉਹ ਚੌਸਰ ਚੱਲ ਰਹੀ ਹੈ ਵੈਬ ਸੀਰੀਜ਼। ਉਹ ਚੰਗੇ ਮਿਲੀਅਨ ਵਿਊ ਲੈ ਰਹੀ ਹੈ ਅਤੇ ਲੋਕ ਉਹ ਯਾਨੀ ਕਿ ਆਪਾਂ ਜੇ ਕਹੀਏ ਤਾਂ ਇੱਕ ਵੋਟਾਂ ਤੋਂ ਬਾਅਦ ਉਹਦੇ ਰੁਝਾਨ 'ਚ ਚਲੇ ਗਏ ਨੇ। ਰਿਜ਼ਲਟ ਆਉਣ ਵਾਲੇ ਨੇ। ਉਦੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਚੌਸਰ ਪਣਪੀ ਕਿਵੇਂ ਜਾਂ ਉਸ ਪ੍ਰਭਾਵ 'ਚੋਂ ਨਿਕਲੀ ਕਿਵੇਂ। ਮਾਲਵਾ ਵੈਸੇ ਹੀ ਸੰਘਰਸ਼ ਦਾ ਖੇਤਰ ਰਿਹਾ। ਉੱਥੋਂ ਦੇ ਆਪਣੇ ਇੱਕ ਰਾਈਟਰ ਨੇ ਪਾਲੀ ਭੁਪਿੰਦਰ ਸਿੰਘ ਜੀ, ਜੋ ਉੱਘੇ ਨਾਟਕਕਾਰ ਨੇ, ਜਿਨ੍ਹਾਂ ਦਾ ਇੱਕ ਨਾਟਕ ਮੈਂ ਹਮੇਸ਼ਾ ਜ਼ਿਕਰ ਕਰਦਾ ਹੁੰਦਾ, ਇੱਕ ਚੌਂਕ 'ਚੋਂ ਸ਼ਹਿਰ ਦਿਖਦਾ ਹੈ। ਪਰ ਹੁਣ ਉਹ ਚੌਸਰ ਤੱਕ ਪਹੁੰਚ ਗਏ ਨੇ। ਉਸ ਚੌਸਰ ਦੀ ਗੱਲ ਉਹਨਾਂ ਤੋਂ ਜਾਣਾਂਗੇ। ਪਰ ਸਿਆਸਤ ਦੇ ਕਿਸ ਪ੍ਰਭਾਵ ਹੇਠ, ਕਿਸ ਗੱਲ ਨੂੰ ਲੈ ਕੇ ਇਹ ਚੌਸਰ ਇੱਕ ਸੀਰੀਜ਼ ਬਣ ਕੇ ਨਿਕਲੀ ਤੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਚੋਣਾਂ ਦੇ ਨਤੀਜੇ ਹਜੇ ਆਉਣ ਵਾਲੇ ਨੇ। ਉਦੋਂ ਪਹਿਲਾਂ ਇੱਕ ਨਤੀਜਾ ਸਾਡੇ ਸਾਹਮਣੇ ਹੈ ਉਹ ਸਿਆਸਤ ਦਾ। ਬਾਕੀ ਗੱਲਾਂ ਦਰਸ਼ਕਾਂ 'ਚ ਵਕਫਾ ਨਾ ਬਣਦੇ ਹੋਏ ਮੈਂ ਪਾਲੀ ਜੀ ਕੋਲੇ ਜਾਵਾਂਗਾ ਜੋ ਸਾਡੇ ਨਾਲ ਨੇ। ਪਾਲੀ ਭੁਪਿੰਦਰ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਲਿਬਰੇਟ ਸਾਹਿਬ, ਔਰ ਤੁਹਾਡੇ ਸਕਾਈ ਨਿਊਜ਼ ਚੈਨਲ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਦਰਸ਼ਕਾਂ ਦੇ, ਪੰਜਾਬੀ ਦਰਸ਼ਕਾਂ ਦੇ ਰੂਬਰੂ ਹੋਣ ਦਾ ਚਾਂਸ ਦੇ ਰਹੇ ਹੋ। ਜੀ, ਤੁਹਾਡਾ ਨਾਮ ਵੀ ਹਮੇਸ਼ਾ ਸੰਘਰਸ਼ਾਂ ਨਾਲ ਜੁੜਿਆ ਰਿਹਾ, ਚਾਹੇ ਆਪਾਂ ਯੂਨੀਵਰਸਿਟੀ 'ਚ ਪ੍ਰਮੋਸ਼ਨ ਨੂੰ ਲੈ ਕੇ ਸੰਘਰਸ਼ ਦੀ ਗੱਲ ਕਰੀਏ, ਜਾਂ ਤੁਸੀਂ ਇੱਕ ਟਾਈਮ ਮੈਨੂੰ ਲੱਗਦਾ ਵੀ ਇੱਕ ਸਿਆਸੀ ਧਿਰ ਨੂੰ ਵੀ ਸਮਰਥਨ ਕੀਤਾ ਸੀਗਾ, ਅਤੇ ਤੁਹਾਡੇ ਨਾਟਕਾਂ ਵਿੱਚ ਵੀ ਇਹ ਚੀਜ਼ ਬੋਲਦੀ ਹੈ। ਜਿਹੜੀ ਹੁਣ ਚੌਸਰ ਨਿਕਲ ਕੇ ਆਈ ਹੈ ਵਿਧਾਨ ਸਭਾ ਦੀ, ਚੌਸਰ 'ਚੋਂ ਨਿਕਲਣ ਦਾ ਕੋਈ ਲਿੰਕ ਬਣਦਾ? ਧੱਕੇ ਨਾਲ ਤੁਸੀਂ ਜੋੜਨਾ ਤਾਂ ਜੋੜਦੇ ਹੋ, ਪਰ ਹਕੀਕਤ ਦੇ ਵਿੱਚ ਹੋਇਆ ਕੀ ਲਿਬਰੇਟ ਸਾਹਿਬ ਕਿ मैं पोलीटिकल विषय पर लिखना चाहता सी काफ़ी देर तो। मैं 5-6 नाटक लिखे ने। तुसीं शायद मेरे उन्होंने नाटकों बारे बहुता नहीं जानते होगे। मैं एक नहीं पूरे 5-6 नाटक लिखे ने जिहड़े की नाम पोलीटिकल विषय के उपर, जिन्हां विचों दिल्ली रोड पर एक हादसा, एक सुपने का राजनीतिक कतल, और उस तो पहला जिहड़ा एक दो होर नाटकों में भी इहो जिहे मेरे वेरवे आते रहे पोलीटिकल। तो मुकेश गौतम जिहड़े इस चैनल के हैड ने, क्रिएटिव हैड ने, उन्होंने पता सी मेरी ये तो ਉਹ ਜਦੋਂ ਮੈਨੂੰ ਉਹਨਾਂ ਨੇ ਕਾਲ ਕੀਤੀ ਇੱਕ ਦਿਨ, ਮੈਨੂੰ ਕਹਿੰਦੇ ਕਿ ਐਂ ਕਰਕੇ ਇੱਕ ਬਹੁਤ ਵਧੀਆ ਆਈਡੀਆ ਹੈ, ਤੁਹਾਡੇ ਕਰਨ ਵਾਲਾ ਕੰਮ ਹੈ, ਔਰ ਰਵਿੰਦਰ ਨਾਰਾਇਣ ਜੀ ਦਾ ਆਈਡੀਆ ਹੈ। ਅਤੇ ਜਦੋਂ ਮੈਨੂੰ ਰਵਿੰਦਰ ਨਾਰਾਇਣ ਜੀ ਨੇ ਉਹ ਆਈਡੀਆ ਸੁਣਾਇਆ ਤਾਂ ਮੈਨੂੰ ਚੰਗਾ ਲੱਗਿਆ। ਮੈਨੂੰ ਲੱਗਿਆ ਜਰਨੀ ਆਫ ਕਰੈਕਟਰ ਹੈ, ਇੱਕ ਇਹੋ ਜਿਹੀ ਫੀਮੇਲ ਦੀ ਕਹਾਣੀ ਸੀ ਜਿਹੜੀ ਇੱਕ ਪੋਲੀਟਿਕਸ ਨੂੰ ਪਸੰਦ ਨਹੀਂ ਕਰਦੀ, ਉਹ ਪੋਲੀਟੀਕਲ ਫੈਮਿਲੀ 'ਚ ਵੀ ਆਈ ਜਾਂਦੀ ਹੈ ਔਰ ਮੁੜ ਕੇ ਫਿਰ ਉਹ ਕਿੱਦਾਂ ਸੰਘਰਸ਼ ਕਰਦੀ ਹੈ। ਅਤੇ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਮੈਂ ਪੋਲੀਟਿਕਸ ਦੇ ਵਿੱਚ ਸਿੱਖਿਆ ਸੀ, ਜੋ ਕੁਛ ਮੈਂ ਦੇਖਦਾ ਸੀ, ਉਹ ਸਾਰਾ ਦਾ ਸਾਰਾ ਇਸ ਚੌਸਰ ਦੇ ਵਿੱਚ ਢਲ ਗਿਆ ਹੈ। ਕਿ ਚੌਸ ਰਾਜਨੀਤੀ ਤੁਹਾਨੂੰ ਪਤਾ ਸ਼ਤਰੰਜ ਦੀ ਖੇਡ ਹੈ, ਔਰ ਸਾਰੀ ਦੀ ਸਾਰੀ ਇੱਕ ਤਰੀਕੇ ਨਾਲ ਅਸੀਂ ਕਹੀਏ ਕਿ ਟੂ ਮਚ, ਮਤਲਬ ਕਿ ਸਾਰਾ ਕੁਝ ਸਾਜ਼ਿਸ਼ਾਂ ਨਹੀਂ ਹੈ ਇਹਦੇ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਕਿੱਥੇ ਸਾਜ਼ਿਸ਼ ਹੁੰਦੀ ਹੈ। ਔਰ ਜੋ ਮੈਂ ਨਿੱਕੇ ਹੁੰਦੇ ਤੋਂ ਦੇਖਦਾ ਆਇਆ ਸੀ ਰਾਜਨੀਤੀ ਦੇ ਵਿੱਚ। ਲਿਬਰੇਟ ਸਾਹਿਬ, ਮੈਂ ਇੱਕ ਗੱਲ ਹੋਰ ਸ਼ੇਅਰ ਕਰਾਂਗਾ ਤੁਹਾਡੇ ਨਾਲ ਕਿ ਮੈਂ, ਤੁਸੀਂ ਸੰਘਰਸ਼ ਦੀ ਗੱਲ ਕੀਤੀ, ਮੈਂ ਬਹੁਤ ਛੋਟੀ ਉਮਰ ਤੋਂ ਰਾਜਨੀਤੀ ਵਿੱਚ ਹਾਂ। ਮੇਰਾ ਜਨਮ ਪੈਂਡ ਦਾ, ਔਰ ਮੈਨੂੰ ਯਾਦ ਹੈ ਕਿ 10 ਜਾਂ 11 ਸਾਲ ਦੀ ਉਮਰ ਦੇ ਵਿੱਚ ਜਦੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲੱਗਿਆ ਅਤੇ ਮੈਂ 11 ਸਾਲ ਦੀ ਉਮਰ ਦੇ ਵਿੱਚ ਬਹੁਤ ਐਕਟਿਵ ਸੀਗਾ। ਮੈਂ ਅਕਾਲੀ ਦਲ ਦੇ ਨਾਲ ਰਲ ਕੇ ਉਸ ਵੇਲੇ ਬਹੁਤ ਇੱਕ ਤਰੀਕੇ ਨਾਲ, ਕਿਉਂਕਿ ਮੇਰੀ ਜੈਤੋ ਮੰਡੀ ਦੇ ਵਿੱਚ ਮੈਂ ਇਕੱਲਾ ਇਹੋ ਜਿਹਾ ਬੰਦਾ ਹੁੰਦਾ ਸੀ ਜਿਹੜਾ ਰੋਜ਼ ਝੰਡੀਆਂ ਬਣਾਉਂਦਾ ਸੀਗਾ ਅਤੇ ਲੋਕਾਂ 'ਚ ਵੰਡਦਾ ਸੀਗਾ। ਮੈਂ ਕਦੇ ਕਾਗਜ਼ ਦੀਆਂ ਕੱਟ ਕੇ, ਕੱਪੜੇ ਦੀਆਂ ਕੱਟ ਕੇ ਮੈਨੂੰ ਉਹ ਕੱਪੜਾ ਦੇ ਦਿੰਦੇ ਸੀਗੇ। ਮੈਂ ਉਹ ਝੰਡੀਆਂ ਕੱਟ ਕੇ ਅਤੇ ਮੈਂ ਨੰਗੇ ਪੈਰੀ, ਮੈਨੂੰ ਯਾਦ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਅਸੀਂ ਗਲੀਆਂ 'ਚ ਭੱਜੇ ਫਿਰਦੇ ਹੁੰਦੇ ਸੀ ਅਤੇ ਐਮਰਜੈਂਸੀ ਦੇ ਖਿਲਾਫ। ਉਸ 10-11 ਸਾਲ ਦੀ ਉਮਰ ਦੇ ਵਿੱਚ ਮੈਨੂੰ ਪਤਾ ਯਾਦ ਹੈ ਕਿ ਮੈਂ ਰਾਮ ਮਨੋਹਰ ਲੋਹੀਆ, ਜੈ ਪ੍ਰਕਾਸ਼ ਨਾਰਾਇਣਨ, ਉਹਨਾਂ ਦੀ ਆਈਡੀਓਲੋਜੀ ਨੂੰ ਸਮਝਦਾ ਸੀਗਾ। ਤਾਂ ਉਦੋਂ ਦਾ ਸਟਰਗਲ ਫਿਰ ਅਸੀਂ 84, ਤੁਹਾਨੂੰ ਪਤਾ ਆਪਾਂ ਸਾਰਿਆਂ ਨੇ ਦੇਖਿਆ, ਆਪਾਂ ਉਹਦੇ ਵਿੱਚ ਵੀ ਸੀ, ਔਰ
ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿੰਨੀਆਂ ਜਿਹੜੀਆਂ ਮੂਵਮੈਂਟਸ ਹੋਈਆਂ ਹਮੇਸ਼ਾ ਉਹਦੇ ਵਿੱਚ ਅੜਦੇ ਰਹੇ, ਔਰ ਉਹ ਸਾਰਾ ਕੁਝ ਰਾਜਨੀਤੀ ਜੋ ਨੇੜੇ ਦੇਖੀ ਸੀਗੀ ਤੇ ਉਹ ਅੰਦਰ ਕਿਤੇ ਨਾ ਕਿਤੇ ਕੁਲਬੁਲ ਕਰ ਰਹੀ ਸੀ, ਔਰ ਉਹ ਚੌਸਰ 'ਚ ਆ ਕੇ ਨਿਕਲ ਗਈ। ਹਾਂ, ਜੇ ਆਪਾਂ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਮਾਲਵੇ ਦਾ ਬਹੁਤ ਵੱਡਾ ਪ੍ਰਭਾਵ ਹੈ ਤੇ ਤੁਸੀਂ ਵੀ ਮਾਲਵੇ ਦੇ ਜੰਪਲ ਹੋ ਤੇ ਮੈਂ ਵੀ ਉੱਥੋਂ ਦਾ ਹਾਂ। ਆਪਾਂ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਥੋੜਾ ਜਿਹਾ, ਪਰ ਆਪਾਂ ਗੱਲ ਕਰੀਏ ਜੈਤੋ ਤੋਂ ਤੁਸੀਂ ਆਉਂਦੇ ਹੋ, ਕੋਟਪੂਰਾ ਮੁੱਲਾ ਦਾ ਨਾਲ ਆ, ਕੋਟਪੂਰਾ ਕਾਫੀ ਚਰਚਾ 'ਚ ਰਿਹਾ ਹੈ, ਉੱਥੇ ਵੀ ਸਿਆਸੀ ਖੇਡ ਖੇਡੀ ਗਈ ਜਿਹੜੀ ਇਸ time ਚਰਚਾ 'ਚ ਰਹੀ। ਉਸ ਵਿਸ਼ੇ ਨੂੰ ਲੈ ਕੇ ਇੱਕ ਸਰਕਾਰ ਵੀ ਬਣ ਗਈ ਸੀ, ਗੋਲੀ ਕਾਂਡ ਹੋਇਆ ਸੀ ਉੱਥੇ। ਤੇ ਇਹੋ ਜਿਹੇ ਕਾਂਡ ਤੁਸੀਂ ਲਏ ਆ ਇਸ ਚੌਸਰ ਦੇ ਵਿੱਚ ਜਾਂ ਉਹਨਾਂ ਦਾ ਕੋਈ ਇੰਸਪ੍ਰੈਸ਼ਨ ਲਿਆ ਹੋਵੇ? ਆਫ ਕੋਰਸ, ਮਤਲਬ ਕਿ ਹਾਲਾਂਕਿ ਮੈਨੂੰ ਕਦੇ ਚੈਨਲ ਵਾਲਿਆਂ ਨੇ ਰੋਕਿਆ ਨਹੀਂ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ ਜੀ, ਪਰ ਅਸੀਂ ਨਾ ਪਹਿਲੇ ਦਿਨ ਤੋਂ ਡਿਟਰਮਿਨਡ ਸੀ, ਖਾਸ ਤੌਰ ਤੇ ਮੈਂ ਖੁਦ ਹੀ, ਕਿ ਮੈਂ ਨਾ ਇਸ ਸੀਰੀਜ਼ ਨੂੰ ਇੱਕ ਫਿਕਸ਼ਨ ਦਾ ਪੀਸ ਰੱਖੂੰਗਾ। ਮੈਂ ਕਦੇ ਕੋਈ ਕੰਟਰੋਵਰਸੀ ਵਿੱਚ ਪੈਣ ਦੀ ਕੋਸ਼ਿਸ਼ ਨਹੀਂ ਕਰੂੰਗਾ। ਉਹ ਜਿਹੜਾ ਤੁਸੀਂ ਟ੍ਰੇਲਰ ਦੇਖਿਆ ਨਾ ਕਿ ਇੱਕ ਮੁੱਖ ਮੰਤਰੀ ਅੜ ਰਿਹਾ ਕਿ ਮੈਂ ਕੁਰਸੀ ਨਹੀਂ ਛੱਡੂੰਗਾ, ਅਸਲ ਵਿੱਚ ਅਚਾਨਕ ਕੋਇਨਸੀਡੈਂਸ ਹੈ। ਅਦਰ ਪਤਾ ਨਹੀਂ ਕਿਵੇਂ ਕੈਪਟਨ ਸਾਹਿਬ ਨਾਲ ਜਾ ਕੇ ਜੁੜ ਗਿਆ। ਅਦਰਵਾਈਜ਼ ਜਦੋਂ ਮੈਂ ਲਿਖ ਰਿਹਾ ਸੀ ਉਸ ਵੇਲੇ ਇਹ ਇਸ਼ੂ ਹੀ ਨਹੀਂ ਸੀ। ਇਹਨੂੰ ਲਿਖੀ ਨੂੰ 2-3 ਸਾਲ ਹੋ ਚੁੱਕਿਆ, 2 ਸਾਲ ਹੋ ਚੁੱਕਿਆ ਇਸ ਸੀਰੀਜ਼ ਨੂੰ ਲਿਖੀ ਨੂੰ। ਤਾਂ ਇਹ ਠੀਕ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਵਾਪਰੀਆਂ, ਖਾਸ ਤੌਰ ਤੇ ਡਰੱਗਸ ਨੂੰ ਲੈ ਕੇ, ਹੈ ਨਾ, ਉਹ ਸਾਰੀਆਂ ਮੈਂ ਇਸ ਦੇ ਵਿੱਚ ਲੈ ਕੇ ਆਇਆ, ਠੀਕ ਹੈ, ਔਰ ਧਾਰਮਿਕ ਕਾਂਡ ਵੀ ਲੈ ਕੇ ਆਇਆ। ਮੈਂ ਥੈਂਕ ਕਰਦਾ ਕਿ ਘੱਟੋ ਘੱਟ ਮੈਨੂੰ ਚੈਨਲ ਨੇ ਕਦੇ ਇਹ ਨਹੀਂ ਕਿਹਾ ਕਿ ਯਾਰ ਤੁਸੀਂ ਆਹ ਚੀਜ਼ ਕੱਟ ਦਿਓ, ਆਹ ਨਾ ਲਿਖੋ। ਉਹਨਾਂ ਨੇ ਕਿਹਾ ਖੁੱਲ੍ਹ ਕੇ ਇਹਨੂੰ ਫਿਕਸ਼ਨ ਦਾ ਪੀਸ ਬਣਾਓ। ਲੇਕਿਨ ਕੀ ਹੈ ਕਿ ਇੱਕ ਰਾਈਟਰ ਦੇ ਤੌਰ ਤੇ ਮੈਂ ਘਟਨਾਵਾਂ ਲੈਣੀਆਂ ਕਿੱਥੋਂ ਸੀ? ਪੰਜਾਬ ਦੇ ਕਲਚਰ 'ਚੋਂ ਹੀ ਲੈਣੀਆਂ ਸੀ, ਪੰਜਾਬ ਦੀ ਪੋਲਿਟਿਕਸ 'ਚੋਂ ਲੈਣੀਆਂ ਸੀ। ਮੈਂ ਖੁੱਲ੍ਹ ਕੇ ਲਿੱਤੀਆਂ ਔਰ ਸਾਰੀਆਂ ਹੈਗੀਆਂ ਵਿੱਚ। ਹਾਂ, ਜੇ ਹੁਣ ਤੁਸੀਂ ਗੱਲ ਨਿਕਲੀ ਆਈ ਹੈ ਕੈਪਟਨ ਦੇ ਨਾਲ ਉਹ ਮਿਲ ਗਿਆ ਮਾਮਲਾ, ਤੇ ਇੱਥੇ ਮੰਨਿਆ ਜਾ ਸਕਦਾ ਕਿ ਜਿਹੜਾ ਰਾਈਟਰ ਹੈ ਸਮਾਜ ਦੀ ਸਿਸਟਮ ਨੂੰ ਦੇਖ ਕੇ ਭਵਿੱਖ ਬਾਰੇ ਵੀ ਕੋਈ ਕਿਆਸ ਰਾਈ ਲਾ ਸਕਦਾ? ਮੈਨੂੰ ਲੱਗਦਾ ਲੱਗ ਗਈ। ਅੱਜ ਤੋਂ 2 ਸਾਲ ਪਹਿਲਾਂ ਕੈਪਟਨ ਨੂੰ ਹਟਾਉਣ ਦਾ ਕੋਈ ਮੁੱਦਾ ਨਹੀਂ ਸੀਗਾ। ਜਦੋਂ ਮੈਂ ਇਹ ਲਿਖੀ ਉਸ ਵੇਲੇ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀਗੀ। ਪਰ ਪਤਾ ਨਹੀਂ ਮੇਰੀ ਬੱਤੀ ਦੰਦ ਤਾਂ ਪਤਾ ਨਹੀਂ ਮੈਨੂੰ ਹੈ ਕਿ ਨਹੀਂ ਹੈ, ਪਰ ਜੋ ਕੁਝ ਮੈਂ ਲਿਖਿਆ ਉਹ ਕੈਪਟਨ ਸਾਹਿਬ ਵਿਚਾਰਿਆਂ ਨਾਲ ਵਾਪਰ ਗਿਆ, ਹਟਾਤਾ ਉਹਨਾਂ ਨੂੰ। ਅੱਛਾ, ਹੁਣ ਮੈਨੂੰ ਇਹ ਦੱਸੋ, ਵੋਟਾਂ ਪੈ ਗਈਆਂ ਨੇ, ਵੋਟਾਂ ਤੋਂ ਇੱਕ ਦਿਨ ਬਾਅਦ ਤੁਹਾਡੀ ਸੀਰੀਜ਼ ਰਿਲੀਜ਼ ਹੁੰਦੀ ਹੈ, ਅੱਛਾ ਵਿਊ ਕਾਊਂਟ ਕਰ ਰਹੀ ਹੈ। ਦੂਸਰਾ ਹੁਣ ਇਹ ਹੈ ਕਿ ਵੋਟਾਂ ਤੋਂ ਬਾਅਦ ਜਿਹੜਾ ਤੁਹਾਡੀ ਸੀਰੀਜ਼ ਤਾਂ ਅੱਪ ਵੱਲ ਜਾ ਰਹੀ ਹੈ, ਪਰ ਜਿਹੜੇ ਲੀਡਰ ਲੜੇ ਨੇ ਉਹ ਚਿੰਤਾ 'ਚ ਨਜ਼ਰ ਆ ਰਹੇ ਨੇ। ਅੱਜ ਹੀ ਕਾਂਗਰਸ ਪਾਰਟੀ ਦੀ ਮੀਟਿੰਗ ਚੱਲ ਰਹੀ ਸੀ, ਮੰਥਨ ਕਰ ਰਹੇ ਆ ਵੀ ਕੌਣ ਆਊਗਾ। ਤੁਹਾਨੂੰ ਕੀ ਲੱਗਦਾ? ਤੁਸੀਂ ਜੇ ਕੈਪਟਨ ਬਾਰੇ ਥੋੜ੍ਹਾ ਇਸ਼ਾਰਾ ਕੀਤਾ ਸੀ ਸੀਰੀਜ਼ ਦੇ ਵਿੱਚ, ਤੇ ਤੁਹਾਨੂੰ ਲੱਗਦਾ ਵੀ ਐਤਕੀ ਸਰਕਾਰ ਕਿਸ ਦੀ ਆਊਗੀ? ਮੇਰਾ ਦਿਲ ਤਾਂ ਇਹ ਕਹਿੰਦਾ ਕਿ ਜਿਹੜੀ ਪਾਰਟੀ ਦਾ ਸਪੋਰਟਰ ਮੈਂ ਉਹਦੀ ਸਰਕਾਰ ਆ ਜਾਏ। ਪਤਾ ਨਹੀਂ ਹੁਣ ਤੁਹਾਡਾ ਚੈਨਲ ਕਿੱਧਰ ਖੜਦਾ ਹੈ, ਪਰ ਮੈਨੂੰ ਇੱਦਾਂ ਲੱਗ ਰਿਹਾ ਕਿਤੇ ਨਾ ਕਿਤੇ ਇੰਟਿਊਸ਼ਨ ਜੀ ਹੋ ਰਹੀ ਹੈ ਕਿ ਸ਼ਾਇਦ ਕਿਸੇ ਪਾਰਟੀ ਨੂੰ ਪੰਜਾਬ 'ਚ ਇਸ ਵਾਰ ਬਹੁਮਤ ਨਾ ਮਿਲੇ ਔਰ ਕੋਲੀਸ਼ਨ ਕਰਨੀ ਪੈ ਜੇ, ਹੈ ਨਾ। ਮੈਨੂੰ ਇੱਦਾਂ ਲੱਗਦਾ ਜੇ ਬਣ ਗਈ ਤਾਂ ਫਿਰ ਆਪ ਦੀ ਬਣੂਗੀ, ਨਹੀਂ ਤਾਂ ਮੈਨੂੰ ਲੱਗਦਾ ਕਿਸੇ ਦੀ ਸਰਕਾਰ ਨਹੀਂ ਬਣਦੀ ਔਰ ਫਿਰ ਕੋਈ ਨਾ ਕੋਈ ਜੋੜ ਤੋੜ ਹੋਣਗੇ। ਔਰ ਜੋੜ ਤੋੜ ਦੇ ਵਿੱਚ ਆਪਾਂ ਇਹ ਵੀ ਜਾਣਦੇ ਹਾਂ ਕਿ ਅਕਾਲੀ ਤੇ ਭਾਜਪਾ ਵਾਲੇ ਪੂਰੇ ਖਿਡਾਰੀ ਹੈ। ਫਿਰ ਕਿੱਧਰ ਲੋਟ ਨਹੀਂ ਖਾ ਜਾਊਗਾ ਪੰਜਾਬ, ਇਹ ਹਾਲੇ ਕਹਿ ਨਹੀਂ ਸਕਦੇ। ਹਜੇ ਤਾਂ ਭੰਬਲ ਭੂਸਾ ਹੀ ਹੈ। ਲੋ ਇੱਕ ਪਹਿਲੀ ਵਾਰੀ ਹੋ ਰਿਹਾ ਕਿ ਕੋਈ ਐਸਟੀਮੇਟ ਲੱਗ ਹੀ ਨਹੀਂ ਰਿਹਾ। ਸੱਚੀ ਮੁੱਚੀ ਤੁਸੀਂ ਪੁੱਛੋ ਨਾ, ਕੋਈ ਐਸਟੀਮੇਟ ਨਹੀਂ ਲੱਗ ਰਿਹਾ। ਪਰ ਇੱਕ ਗੱਲ ਹੋਰ ਜੁੜਦੀ ਹੈ, ਤੁਸੀਂ ਜ਼ਿਕਰ ਕੀਤਾ ਆਪਦੇ ਬਚਪਨ ਦਾ, ਝੰਡੀਆਂ ਤੁਸੀਂ ਬਣਾਉਂਦੇ ਸੀ ਅਕਾਲੀ ਦਲ ਦੀਆਂ। ਅਕਾਲੀ ਦਲ ਬਾਰੇ ਤੁਹਾਨੂੰ ਕਾਫੀ ਕੁਝ ਪਤਾ ਹੈ, ਤੇ ਜਿਸ ਚੈਨਲ 'ਤੇ ਤੁਹਾਡੀ ਸੀਰੀਜ਼ ਚੱਲ ਰਹੀ ਹੈ ਮੇ ਵੀ ਕਿਤੇ ਨਾ ਕਿਤੇ ਉੱਧਰ ਵੀ ਜੁੜਦਾ ਹੀ ਆ ਉਹ। ਤੇ ਹੁਣ ਉਹ ਝੰਡੀ ਕਿਸੇ ਨਾਲ ਮਿਲ ਕੇ ਝੰਡਾ ਗੱਡੂਗੀ ਕਿ ਇਕੱਲੀ ਝੰਡੀ ਗੱਡ ਸੂ? ਦੇਖੋ ਜੀ, ਅਕਾਲੀ ਦਲ ਸਰਕਾਰ, ਵੈਸੇ ਤਾਂ ਮੈਨੂੰ ਲੱਗਦਾ ਨਹੀਂ ਅਕਾਲੀਆਂ ਦੀ ਸਰਕਾਰ ਬਣੂਗੀ, ਠੀਕ ਹੈ। ਮੈਂ ਉਹਨਾਂ ਦੇ ਚੈਨਲ ਲਈ ਜ਼ਰੂਰ ਕੰਮ ਕੀਤਾ, ਪਰ ਮੈਨੂੰ ਪਤਾ ਕਿ ਉਹ ਹਾਲ ਦੀ ਘੜੀ ਬਹੁਤ ਜ਼ਿਆਦਾ ਗੇਮ ਦੇ ਵਿੱਚ ਨਹੀਂ ਹੈਗੇ। ਜੇ ਬਣੂਗੀ ਤਾਂ ਭਾਜਪਾ ਨਾਲ ਮਿਲ ਕੇ ਬਣੂਗੀ, ਠੀਕ ਹੈ। ਇਕੱਲੇ ਤਾਂ ਉਹ ਨਹੀਂ ਸੋਚ ਸਕਦੇ ਉਹ। ਨਹੀਂ, ਮੇਰਾ ਵੀ ਕਹਿਣ ਦਾ ਮਤਲਬ ਇਹੀ ਸੀ, ਤੁਸੀਂ ਸਮਝੇ ਨਹੀਂ। ਕਿਸੇ ਨਾਲ ਝੰਡੀ ਮਿਲਾ ਕੇ ਝੰਡਾ ਗੱਡੂ ਕਿ ਇਕੱਲੀ ਗੱਡੂ? 100% ਜੇ ਉਹਨਾਂ ਦੀ ਅਕਾਲੀਆਂ ਦੀ ਸਰਕਾਰ ਕਿਤੇ ਬਣਦੀ ਹੈ ਤਾਂ ਦੇਖੋ ਉਹ ਭਾਜਪਾ ਨਾਲ ਮਿਲ ਕੇ ਬਣੂਗੀ। ਬਿਨਾਂ ਭਾਜਪਾ ਦੀ ਸਪੋਰਟ ਦੇ ਨਹੀਂ ਬਣ ਸਕਦੀ। ਭਾਜਪਾ ਵੀ ਕਿੰਨੀਆਂ ਕੁ ਸੀਟਾਂ ਕੱਢਦੀ ਹੈਗੀ ਇਸ ਗੱਲ 'ਤੇ ਡਿਪੈਂਡ ਕਰਦਾ। ਜੇ ਦੋਨੋਂ ਰਲ ਕੇ ਉਹ ਕੋਈ 45 ਦੇ ਆਸੇ-ਪਾਸੇ ਪਹੁੰਚਦੇ ਆ ਫਿਰ ਹੀ ਉਹ ਜੋੜ ਤੋੜ ਕਰ ਸਕਦੇ ਆ। ਜੇ ਕਿਤੇ ਦੋਨੋਂ ਰਲ ਕੇ 30-35 ਦੇ ਵਿੱਚ ਰਹਿ ਗਏ ਫਿਰ ਨਹੀਂ ਉਹਨਾਂ ਦੀ ਵਾਰੀ ਆਣੀ, ਠੀਕ ਹੈ। ਪਰ ਇੱਕ ਦੂਜੇ ਪਾਸੇ ਪੰਗਾ ਇਹ ਹੈ ਕਿ ਆਪ ਤੇ ਕਾਂਗਰਸ ਵਾਲਿਆਂ ਦੀ ਕਿੰਨੀ ਕੁ ਬਣਦੀ ਹੈ ਨਾ, ਇੱਕ ਦੂਜੇ ਨੂੰ ਕਿੰਨੀ ਸਪੋਰਟ ਦੇਣਾ ਚਾਹੁੰਦੇ ਆ। ਮੈਂ ਦੋਨਾਂ ਪਾਰਟੀਆਂ ਨੂੰ ਟੋਹ ਚੁੱਕਿਆ, ਮੈਂ ਆਪ ਵਾਲਿਆਂ ਨੂੰ ਵੀ ਟੋਇਆ, ਕਾਂਗਰਸ ਵਾਲਿਆਂ ਨੂੰ ਟੋਇਆ ਕਿ ਜੇ ਮੰਨ ਲਓ ਤੁਹਾਡੇ ਵਿੱਚੋਂ ਦੋਵਾਂ 'ਚੋਂ ਇੱਕ ਨੂੰ ਨਹੀਂ ਮਿਲਦੀ ਤੁਸੀਂ ਕੀ ਕਰੋਗੇ, ਠੀਕ ਹੈ। ਮੈਨੂੰ ਐਂ ਲੱਗਦਾ ਕਿ ਹਾਲੇ ਉਹ ਦੋਨੋਂ ਇੱਕ ਦੂਜੇ ਨੂੰ ਸਪੋਰਟ ਦੇਣ ਲਈ ਮੈਂਟਲੀ ਪ੍ਰੀਪੇਅਰ ਨਹੀਂ ਹੈਗੇ। ਤਾਂ ਹੋ ਸਕਦਾ ਫਿਰ ਜੇ ਕਿਸੇ ਦੀ ਸਰਕਾਰ ਨਹੀਂ ਬਣੀ ਫਿਰ ਰਾਸ਼ਟਰਪਤੀ ਰਾਜ ਲੱਗ ਜਾਏ 6 ਮਹੀਨੇ ਲਈ। ਹਾਂ, ਨਹੀਂ, ਇੱਕ ਗੱਲ ਹੈ, ਰਾਸ਼ਟਰਪਤੀ ਰਾਜ ਲਗਾਉਣ ਦਾ ਅਤੀਤ ਕਾਂਗਰਸ ਦਾ ਤਾਂ ਹੈਗਾ, ਭਾਜਪਾ ਦਾ ਹੈ ਨਹੀਂ। ਭਾਜਪਾ ਦਾ ਅਤੀਤ ਹੈਗਾ ਜੋੜ ਤੋੜ ਦਾ। ਹੁਣ ਜੇ ਆਪਾਂ ਦੂਸਰੇ ਸਟੇਟਾਂ ਦੀ ਗੱਲ ਕਰੀਏ ਉੱਥੇ ਉਹ ਘੱਟ ਸੀਟਾਂ ਤੋਂ ਵੀ ਜੋੜ ਤੋੜ ਕਰ ਲੈਂਦੇ ਆ। ਹਾਂ, ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ 12 ਵਾਲੇ ਮੇਅਰ ਬਣਾ ਜਾਂਦੇ ਆ, 14 ਵਾਲੇ ਰਹਿ ਜਾਂਦੇ ਆ।
ਤੇ ਮਿਲ ਸਕਦਾ ਇਹ ਵੀ ਗੱਲ ਹੋ ਸਕਦੀ ਹੈ। ਦੂਸਰੀ ਗੱਲ ਇਹ ਵੀ ਹੈ ਕਿ ਤੁਸੀਂ ਜੋ ਕਹਿੰਦੇ ਆ ਕਿ ਇਹ ਜੋੜ ਤੋੜ ਦੇ ਵਿੱਚ ਸਮੀਕਰਨ ਮਿਲ ਨਹੀਂ ਰਹੇ, ਅਕਾਲੀ ਭਾਜਪਾ ਨੇ ਦੇ ਦਿੱਤੇ ਆ ਤੇ ਕਾਂਗਰਸ ਤੇ ਆਪ ਦੇ ਨਜ਼ਰ ਨਹੀਂ ਆ ਰਹੇ, ਪਰ ਦਿੱਲੀ 'ਚ ਤਾਂ ਇਹਨਾਂ ਦਾ ਰਿਕਾਰਡ ਆ ਬਣਾਈ ਸੀ ਇਹਨਾਂ ਨੇ ਮਿਲ ਕੇ। ਦੇਖੋ ਕਾਂਗਰਸ ਤੇ ਆਪ ਦੋਨਾਂ ਦੀ ਸੇਫਟੀ ਇਸ ਗੱਲ ਦੇ ਵਿੱਚ ਆ, ਉਹ ਪਹਿਲਾਂ ਹੀ ਆਪਣਾ ਮਾਈਂਡ ਬਣਾ ਲੈਣ, ਠੀਕ ਹੈ, ਉਹ ਇੱਕ ਦੂਜੇ ਖਿਲਾਫ ਹੋਣੇ ਤੋਂ ਬੋਲਣਾ ਬੰਦ ਕਰ ਦੇਣ ਜੇ ਉਹਨਾਂ ਨੇ ਬਚਣਾ ਤਾਂ। ਨਹੀਂ ਤਾਂ ਤੁਸੀਂ ਜਿਹੜਾ ਸੋਚੋ ਕਿ ਨਵਜੋਤ ਸਿੱਧੂ ਲਈ ਕਿੰਨੀ ਓਪੋਜੀਸ਼ਨ ਆਕਵਰਡ ਹੋਊਗੀ ਜੇ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਬਣ ਜਾਂਦੀ ਹੈ ਨਾ, ਉਹਨਾਂ ਲਈ ਬੜਾ ਵੱਡਾ ਸੰਕਟ ਖੜਾ ਹੋ ਜਾਣਾ। ਤਾਂ ਉਹਨਾਂ ਨੂੰ ਮੈਂਟਲੀ ਪ੍ਰਿਪੇਅਰ ਰਹਿਣਾ ਚਾਹੀਦਾ ਕਿ ਅਸੀਂ ਆਪ ਨੂੰ ਸਪੋਰਟ ਦੇ ਵੀ ਸਕਦੇ ਹਾਂ, ਲੈ ਵੀ ਸਕਦੇ ਹਾਂ, ਔਰ ਦੂਜੇ ਪਾਸੇ ਆਪ ਦੇ ਲਈ ਵੀ ਸੇਮ ਪ੍ਰੋਬਲਮ ਹੈ, ਔਰ ਇਹ ਲਾਸਟ ਚਾਂਸ ਹੈ। ਜੇ ਆਪ ਇਸ ਵਾਰ ਨਹੀਂ ਤਾਂ ਫਿਰ ਆਪ ਪੰਜਾਬ 'ਚ ਕਦੇ ਵੀ ਨਹੀਂ, ਤੀਜਾ ਚਾਂਸ ਉਹਨਾਂ ਨੂੰ ਵੀ ਨਹੀਂ ਮਿਲਣਾ। ਹਾਂ ਬਿਲਕੁਲ ਠੀਕ ਹੈ। ਖੈਰ ਤੀਸਰਾ ਚਾਂਸ ਮਿਲਣਾ ਨਹੀਂ, ਤੁਹਾਡੇ ਨਾਲ ਮੈਂ ਗੱਲ ਇੱਕ ਹੋਰ ਐਡ ਕਰਦਾ, ਪਰ ਜਿਹੜੀਆਂ ਦੇਖੋ ਜਦੋਂ ਪਹਿਲੀ ਵਾਰੀ ਹਵਾ ਸੀ ਆਪ ਦੀ ਉਦੋਂ 20 ਸੀਟਾਂ ਆਈਆਂ ਸੀ ਤੇ 20 ਚੋਂ ਕਿਰਾਏ ਕਿੰਨੇ ਗਏ ਉਹ ਤੁਹਾਨੂੰ ਵੀ ਪਤਾ ਹੈ, ਤੁਸੀਂ ਉਸ ਪਾਰਟੀ ਬਾਰੇ ਜਾਣਦੇ ਹੋ। ਦੂਸਰਾ ਹੁਣ ਇਹ ਹੈ ਕਿ ਐਤਕੀ ਜਿਹੜਾ ਵਿਰੋਧ ਕਿੰਨਾ ਨਿਕਲ ਕੇ ਆਇਆ, ਗੱਲਾਂ ਕਿੰਨੀਆਂ ਨਿਕਲ ਕੇ ਆਈਆਂ, ਉਹਨੇ ਵੀ ਕਿਤੇ ਨਾ ਕਿਤੇ ਡੈਂਟ ਪਾਇਆ। ਜੇ ਤੁਸੀਂ ਸਿੱਧੂ ਸਾਹਿਬ ਦੀ ਗੱਲ ਕਰਦੇ ਹੋ, ਸਿੱਧੂ ਸਾਹਿਬ ਅੱਜ ਮੰਥਨ ਮੀਟਿੰਗ ਸੀ ਉਹ 'ਚ ਵੀ ਹੈ ਨਹੀਂ ਸੀਗੇ, ਕਿਤੇ ਨਾ ਕਿਤੇ ਕਾਂਗਰਸ ਪਾਰਟੀ ਵੀ ਸਹਿਮੀ ਹੋਈ ਨਜ਼ਰ ਨਹੀਂ ਆ ਰਹੀ। ਕਾਂਗਰਸ ਪਾਰਟੀ ਬਿਲਕੁਲ ਉਹਨੂੰ ਸਹਿਮਣਾ ਵੀ ਚਾਹੀਦਾ ਹੈ। ਆਫਟਰ ਆਲ ਕਾਂਗਰਸ ਪਾਰਟੀ ਇਹ ਠੀਕ ਹੈ ਕਿ ਉਹ ਮਿਲ ਕੇ ਚੱਲਦੇ ਰਹੇ ਹੈਗੇ, ਮਤਲਬ ਕਿ ਇਦਾਂ ਕਹੀਏ ਕਿ ਉਹ ਭਾਜਪਾ ਤੋਂ ਵੀ ਕਦੇ ਬਾਹਰ ਨਹੀਂ ਸੀ। ਕੈਪਟਨ ਸਾਹਿਬ ਤਾਂ ਸਾਨੂੰ ਪਤਾ ਬਿਲਕੁਲ ਹੀ ਬਾਹਰ ਨਹੀਂ ਸੀ, ਉਹ ਤਾਂ ਉਹਨਾਂ ਦੀ ਬਿੱਲੀ ਤਾਂ ਥੱਲੇ ਤੋਂ ਬਾਹਰ ਆ ਚੁੱਕੀ ਹੈ। ਔਰ ਬਾਅਦ ਦੇ ਵਿੱਚ ਜਦੋਂ ਚੰਨੀ ਸਾਹਿਬ ਆ ਕੇ ਬੈਠੇ ਹੈਗੇ, ਆਪਾਂ ਜਾਣਦੇ ਹਾਂ ਬਦਲਿਆ ਉਦੋਂ ਵੀ ਕੁਝ ਨਹੀਂ ਸੀ। ਸੋ ਕਾਂਗਰਸ ਆ ਜਾਊਗੀ, ਭਾਜਪਾ ਅਕਾਲੀ ਇਹ ਰਲੇ ਮਿਲੇ ਹੀ ਹੋਣਗੇ ਸਾਰੇ ਦੇ ਸਾਰੇ, ਤਾਂ ਇਹਨਾਂ ਸਾਰਿਆਂ ਦਾ ਜ਼ੋਰ ਲੱਗਿਆ ਹੋਊਗਾ ਕਿਸੇ ਤਰੀਕੇ ਆਪ ਨਾ ਆ ਜੇ। ਤਾਂ ਉਹਦਾ ਕਾਰਨ ਪਤਾ ਕੀ ਹੈਗਾ ਕਿ ਜਿਹੜੇ ਪੁਰਾਣੇ ਖਿਡਾਰੀ ਹੁੰਦੇ ਆ ਉਹ ਨਹੀਂ ਚਾਹੁੰਦੇ ਹੁੰਦੇ ਗੇਮ ਸਾਡੇ ਹੱਥੋਂ ਜਾਵੇ। ਇੱਕ ਨਵਾਂ ਖਿਡਾਰੀ ਆਉਂਦਾ, ਆਪਾਂ ਜਾਣਦੇ ਉਹਦੀ ਰੈਗਿੰਗ ਹੁੰਦੀ ਹੈ ਅਤੇ ਆਪ ਵਾਲਿਆਂ ਦੀ ਵਿਚਾਰਿਆਂ ਦੀ ਰੈਗਿੰਗ ਹੋ ਰਹੀ ਹੈ। ਪਰ ਹਾਲ ਦੀ ਘੜੀ ਸਾਰੀਆਂ ਸਮੀਕਰਨ ਜਿਹੜੀਆਂ ਫਸੀਆਂ ਹੋਈਆਂ ਨੇ ਸ਼ਤਰੰਜ ਦੀ ਗੇਮ ਵਾਂਗੂ, ਔਰ ਕਿਉਂਕਿ ਕਈ ਪਾਸਿਓਂ ਲੜਾਈ ਹੋ ਰਹੀ ਹੈ, ਪਤਾ ਨਹੀਂ ਕੌਣ ਕਿਹਨੂੰ ਕਿਸ 'ਤੇ ਅਟੈਕ ਕਰ ਰਿਹਾ, ਪਰ ਜਿੰਨੇ ਚੁੱਪ ਰਹਿਣਗੇ ਸਾਰੇ ਦੇ ਸਾਰੇ, ਕਿਉਂਕਿ ਕੱਲ੍ਹ ਨੂੰ ਪਤਾ ਨਹੀਂ ਕਿੱਧਰ ਛਾਲ ਮਾਰਨੀ ਪੈ ਜੇ। ਔਰ ਕੋਈ ਖਾਸ ਗੱਲ ਨਹੀਂ, ਆਪ ਕਾਂਗਰਸ ਨੂੰ ਆਪ ਦੀ ਸਪੋਰਟ ਕਰਨੀ ਪੈ ਜੇ, ਅਕਾਲੀਆਂ ਨੂੰ ਸਪੋਰਟ ਲੈਣੀ ਪੈ ਜੇ, ਕੀ ਨਾ ਆਪਣੀ ਇਹਨਾਂ ਤੋਂ ਭਾਜਪਾ ਤੋਂ, ਔਰ ਭਾਜਪਾ ਨੂੰ ਉਹ ਤਾਂ ਦੋਨੋਂ ਆਲਰੇਡੀ ਇੱਕ ਦੂਜੇ ਪ੍ਰਤੀ ਚੁੱਪ ਬੈਠੇ ਹੈਗੇ। ਸੋ ਹਜੇ ਕੁਝ ਨਹੀਂ ਕਹਿ ਸਕਦੇ, ਮੈਨੂੰ ਨਹੀਂ ਲੱਗਦਾ ਕਿ ਕੁਝ ਵੀ ਹੋ ਸਕਦਾ। ਹਾਂ ਕੁਛ ਤਾਂ ਹੋ ਸਕਦਾ, ਪਰ ਇੱਕ ਗੱਲ ਹੈ ਜੇ ਆਪਾਂ ਗੱਲ ਕਰੀਏ ਭਾਜਪਾ ਤੇ ਅਕਾਲੀ ਦਲ ਤਾਂ ਓਪਨ ਤੇ ਖੁੱਲ੍ਹ ਕੇ ਆਈ ਚੁੱਕੇ ਹੈ, ਉਹ ਦੋਨੇ ਬਿਆਨਬਾਜ਼ੀ ਕਰ ਵੀ ਰਹੇ ਵੀ ਮਿਲ ਕੇ ਬਣਾ ਸਕਦੇ ਆ। ਆਪ ਥੋੜ੍ਹੀ ਜਿਹੀ ਗੁੰਝਲਬਾਜ਼ੀ 'ਚ ਲੱਗਦੀ ਹੈ। ਤੇ ਹੁਣ ਜਿੰਨਾ ਲੋਕਾਂ ਨੇ ਤੁਸੀਂ ਆਪਾਂ ਮੰਨੀਏ ਜਿਵੇਂ ਆਪਣੀ ਚੌਸਰ ਦਾ ਪਾਵਰ ਗੇਮ, ਠੀਕ ਹੈ ਜੀ, ਹੁਣ ਇਸ ਗੇਮ ਨੂੰ ਐਤਕੀ ਵੋਟਰਾਂ ਨੇ ਕਿੰਨਾ ਕੁ ਸਮਝਿਆ, ਇਹ ਤੁਸੀਂ ਸਮਝਦੇ ਹੋ? ਦੇਖੋ ਪੰਜਾਬ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੈ, ਕਿਸਾਨ ਅੰਦੋਲਨ ਦੇ ਪ੍ਰਭਾਵ ਤਹਿਤ ਪਹਿਲੀ ਵਾਰੀ ਲੋਕਾਂ ਅੰਦਰ ਥੋੜ੍ਹੀ ਜਿਹੀ ਚੇਤਨਾ ਸੀਗੀ। ਘੱਟੋ ਘੱਟ 3-4% ਵੋਟ ਇਹੋ ਜਿਹੀ ਨਜ਼ਰ ਜ਼ਰੂਰ ਆਈ ਹੈਗੀ ਜਿਨ੍ਹਾਂ ਨੇ ਖੁੱਲ੍ਹ ਕੇ ਸਵਾਲ ਕੀਤੇ ਆ ਔਰ ਮੈਰਿਟ ਬੇਸ 'ਤੇ ਵੋਟ ਪਾਈ ਹੈ। ਕਿਉਂਕਿ ਪੰਜਾਬ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਬਹੁਤ ਵੱਡੇ ਪੱਧਰ 'ਤੇ ਵੋਟ ਵਿਕਦੀ ਹੈ, ਇਸ 'ਚ ਕੋਈ ਦੋ ਰਾਏ ਨਹੀਂ। ਇਸ ਵਾਰ ਵੀ ਹੋਇਆ, ਥਾਂ ਥਾਂ ਤੋਂ ਮੈਸੇਜ ਆਏ ਕਿ ਸਵੇਰੇ 11-12 ਵਜੇ ਤੱਕ ਕੋਈ ਵੋਟ ਪਾਣੀ ਨਹੀਂ ਆਇਆ, ਆਖਰੀ ਘੰਟੇ ਤੱਕ ਵੋਟ ਪੈਣੀ ਸ਼ੁਰੂ ਹੋਈ, ਔਰ ਉਹ ਸ਼ਰੇਆਮ ਮਤਲਬ ਕਿ ਆਪਾਂ ਜਾਣਦੇ ਹਾਂ ਕਿ ਕਿੱਦਾਂ ਇੰਤਜ਼ਾਰ ਕਰ ਰਹੇ ਸੀ। ਹਾਂ, ਤਾਂ ਉਹ 3-4% ਵੋਟ ਨੂੰ ਕੱਟਣ ਦੇ ਲਈ ਕਿਸਾਨ ਅੰਦੋਲਨ ਦੇ ਪ੍ਰਭਾਵ ਅਧੀਨ ਪਹਿਲੀ ਵਾਰੀ ਚੇਤਨ ਵੋਟ ਵੀ ਸੀਗੀ ਜਿਹੜੀ ਮੁੱਦਿਆਂ ਦੇ ਉੱਪਰ ਵੋਟ ਪਾ ਕੇ ਗਈ ਹੈ। ਸੋ ਕਿਤੇ ਨਾ ਕਿਤੇ ਉਹ ਫੈਕਟਰ ਜਿਹੜਾ ਕੱਟਿਆ ਜਾਊ, ਔਰ ਸਾਰੇ ਬਾਬੇ ਆਪਸ ਦੇ ਵਿੱਚ ਵੰਡੇ ਹੋਏ ਸੀਗੇ। ਈਵਨ ਡੇਰਾ ਸਰਚਾ ਸੌਦੇ ਦੀ ਵੀ ਮੈਂ ਗਰੰਟੀ ਲੈਣਾ ਕਿ ਉਹ ਵੀ ਟੁਕੜਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲੀ ਵਾਰੀ ਪੰਜਾਬ ਦੀ ਹਿੰਦੂ ਵੋਟ ਵੰਡੀ ਹੋਈ ਹੈ, ਠੀਕ ਹੈ। ਸੋ ਐਤਕੀ ਕੋਈ ਪਾਰਟੀ ਇਹ ਦਾਅਵਾ ਨਹੀਂ ਕਰ ਸਕਦੀ ਕਿ ਅਸੀਂ ਰਾਜੇ ਹਾਂ, ਅਸੀਂ ਮੂਰਖ ਬਣਾ ਕੇ ਲੋਕਾਂ ਨੂੰ, ਨਹੀਂ, ਲੋਕ ਕਈ ਕਾਰਨਾਂ ਕਰਕੇ ਵੰਡੇ ਹੋਏ ਸੀਗੇ। ਠੀਕ ਹੈ ਕਿ ਲੋਕ ਇਕੱਠੇ ਨਹੀਂ ਹੋ ਪਾਏ ਇਸ ਵਾਰ, ਲੇਕਿਨ ਇਹ ਬਹੁਤ ਵਧੀਆ ਗੱਲ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਵੋਟ ਪਾਉਣ ਲੱਗਿਆ, ਇੱਦਾਂ ਕਹੋ ਕਿ ਜ਼ਿੰਮੇਵਾਰੀ ਵਿਖਾਈ ਹੈ। ਹੋ ਸਕਦਾ ਇਹਦਾ ਪ੍ਰਭਾਵ ਹੁਣ ਦੇਖਣ ਨੂੰ ਨਜ਼ਰ ਨਾ ਆਵੇ, ਲੇਕਿਨ ਮੈਂ ਚੈਲੰਜ ਕਰਦਾ ਕਿ 24 ਦੇ ਵਿੱਚ ਬਹੁਤ ਵੱਡਾ ਪ੍ਰਭਾਵ ਨਜ਼ਰ ਆਊਗਾ। ਜੇ ਹੁਣ ਸਰਕਾਰ ਕਿਸੇ ਦੀ ਕੋਲੀਸ਼ਨ 'ਚ ਬਣੀ ਜਾਂ ਰਾਸ਼ਟਰਪਤੀ ਰਾਜ ਲੱਗ ਗਿਆ, ਤਾਂ ਜਦੋਂ ਦੁਬਾਰਾ ਇਲੈਕਸ਼ਨ ਹੋਣਗੇ ਪੰਜਾਬ ਵਧੀਆ ਵਰਡਿਕਟ ਦੇਊਗਾ। ਹਾਂ ਤੁਹਾਡੀ ਗੱਲ ਨਿਕਲੀ ਆਈ ਵੀ ਐਤਕੀ ਵੋਟਰਾਂ ਨੇ ਦੱਸਿਆ ਵੀ ਅਸੀਂ ਹਰ ਵਾਰੀ ਤੁਸੀਂ ਮੂਰਖ ਬਣਾਓਗੇ, ਇਹ ਨਹੀਂ ਹੋ ਸਕਦਾ। ਪਰ ਇੱਕ ਬਹੁਤ ਵੱਡੀ ਗੱਲ ਸਮਝ ਕੇ ਸਾਹਮਣੇ ਆਈ ਹੈ ਕਿ 9 ਪਿੰਡਾਂ ਨੇ ਬਾਈਕਾਟ ਕੀਤਾ। ਉਹ ਕੁਝ ਪਿੰਡ ਤਾਂ ਸੀਗੇ ਪਠਾਨਕੋਟ ਦੇ 7 ਕੁ ਪਿੰਡ, ਤੇ 2 ਪਿੰਡ ਸੀ ਗੜਸ਼ੰਕਰ ਦੇ। ਉਹਨਾਂ ਦਾ ਇੱਕ ਮੁੱਦਾ ਬਿਲਕੁਲ ਥੋੜ੍ਹਾ ਸੀ, ਉਹ ਪਿੰਡ ਕੱਟੇ ਜਾਂਦੇ ਨੇਗੇ, ਉਹ 'ਚ ਪੁਲ ਦਾ ਇੱਕ ਰਸਤਾ ਹੈ, ਅਤੇ ਜਿਵੇਂ ਪਲਟੂਨ ਪੁਲ ਕਹਿੰਦੇ ਜਿਹਨੂੰ ਆਪਾਂ ਢੋਲਾਂ ਨਾਲ ਬਣਾਉਂਦੇ ਹੁੰਦੇ ਨੇ ਪੁਲਿਸ ਮਿਲਟਰੀ ਵਾਲੇ ਜਦੋਂ ਕੋਈ ਜੰਗ ਲੱਗਦੀ ਹੈ। ਇਹ ਇੱਕ ਜਾਗਰੂਕਤਾ ਦਾ ਨਿਸ਼ਾਨਾ ਵੀ ਮੰਨਿਆ ਜਾ ਸਕਦਾ ਜਾਂ ਨਿਸ਼ਾਨੇ ਦੀ ਸ਼ੁਰੂਆਤ ਵੀ ਮੰਨੀ ਜਾ ਸਕਦੀ। ਬਿਲਕੁਲ, ਥਾਂ ਥਾਂ 'ਤੇ ਲੋਕਾਂ ਨੇ ਘੇਰੇ ਲੀਡਰ, ਅਕਾਲੀ ਕਾਂਗਰਸੀਆਂ ਨੂੰ ਤਾਂ ਚੰਗਾ ਘੇਰਿਆ ਗਿਆ ਪਿੰਡਾਂ ਦੇ ਵਿੱਚ, ਔਰ ਭਾਜਪਾ ਵਾਲਿਆਂ ਵਿਚਾਰਿਆਂ ਨਾਲ ਵੀ ਖੈਰ ਵਧੀਆ ਨਹੀਂ ਹੋਈ, ਅਤੇ ਉਹ ਘੇਰੇ ਗਏ ਵਾਰ-ਵਾਰ। ਠੀਕ ਹੈ, ਇਹ ਵਧੀਆ ਗੱਲ ਹੈ। ਲੋਕਾਂ ਨੂੰ ਹੋਰ ਸਵਾਲ ਕਰਨੇ ਚਾਹੀਦੇ ਆ ਤਾਂ ਕਿ ਲੀਡਰ, ਮੰਨ ਲਓ ਕੱਲ੍ਹ ਨੂੰ ਆਪ ਦੀ ਸਰਕਾਰ ਬਣਦੀ ਹੈ, ਇਹ ਵੀ ਨਲਾਇਕ ਸਾਬਤ ਹੁੰਦੇ ਆ, ਇਹਨਾਂ ਨੂੰ ਵੀ ਘੇਰਿਆ ਜਾਣਾ ਬਣਦਾ। ਮੈਂ ਕਹਿੰਦਾ ਜਿਹੜਾ ਲੀਡਰ ਨਹੀਂ ਕੰਮ ਕਰਦਾ, ਐਡੀ ਫੈਸਿਲਿਟੀ ਲੈ ਜਾਂਦਾ, ਕਿਉਂ ਅਸੀਂ ਉਹਦੇ ਕੋਲੋਂ ਹਿਸਾਬ ਨਾ ਮੰਗੀਏ ਵੀ ਤੂੰ ਕੀਤਾ ਕੀ ਹੈ ਸਾਡੇ ਪੰਜਾਬ ਲਈ।
ਲਿਬਰੇਟ ਸਾਹਿਬ, ਤਕਲੀਫ ਇਸ ਗੱਲ ਦੀ ਹੈ ਕਿ ਪੰਜਾਬ ਲਈ ਤਾਂ ਕੋਈ ਵੀ ਲੀਡਰ ਨਹੀਂ ਸੋਚਦਾ। ਕਿਸੇ ਪੋਲੀਟੀਕਲ ਪਾਰਟੀ ਕੋਲੇ ਏਜੰਡਾ ਨਹੀਂ ਹੈ, ਭਾਵੇਂ ਸਰਕਾਰ ਮੇਰੀ ਪਾਰਟੀ ਦੀ ਬਣ ਜੇ, ਭਾਵੇਂ ਤੁਹਾਡੀ ਦੀ ਬਣ ਜੇ, ਕਿਸੇ ਹੋਰ ਦੀ ਬਣ ਜੇ। ਹਕੀਕਤ ਦੇ ਵਿੱਚ ਪੰਜਾਬ ਪ੍ਰਤੀ ਕੋਈ ਪਾਰਟੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਲੱਗਦੀ ਨਹੀਂ। ਸਾਡੇ ਮੁੱਦੇ ਤਾਂ ਇਹ ਹੈ ਕਿ 4 ਲੱਖ ਕਰੋੜ ਦਾ ਕਰਜ਼ਾ ਹੈ ਸਾਡੇ ਸਿਰ ਤੇ, ਹੈ ਨਾ, ਔਰ ਅਸੀਂ ਹਰ ਸਾਲ ਉਹਦਾ ਵਿਆਜ ਹੀ ਭਰੀ ਜਾਂਦੇ ਹਾਂ। ਡਿਵੈਲਪਮੈਂਟ ਦੇ ਕੰਮ ਤਾਂ ਹੋ ਨਹੀਂ ਪਾ ਰਹੇ, ਔਰ ਸਾਡੇ ਪੰਜਾਬ ਦੇ ਲਟਕਦੇ ਹੋਏ ਮੁੱਦੇ ਉਹ ਲਟਕੀ ਜਾਂਦੇ ਆ। ਹਰ ਸਾਲ ਇੰਨਾ ਪਾਣੀ ਰਾਜਸਥਾਨ ਨੂੰ ਫਰੀ ਜਾ ਰਿਹਾ, ਸਾਡੇ ਚੰਡੀਗੜ੍ਹ ਦੇ ਵਿੱਚ ਸਾਨੂੰ ਠੋਕੀ ਤੁਰੀ ਜਾਂਦੇ ਆ ਪੰਜਾਬੀਆਂ ਨੂੰ, ਸਾਡਾ ਕੋਈ ਵਾਲੀ ਵਾਰਸ ਹੀ ਨਹੀਂ ਹੈਗਾ। ਤਾਂ ਇਹ ਮੁੱਦੇ ਅਸਲੀ ਪੰਜਾਬ ਦੇ, ਕੋਈ ਜ਼ਿੰਮੇਵਾਰ ਸਰਕਾਰ ਆਊਗੀ, ਤਾਕਤਵਰ ਆਊਗੀ ਸਰਕਾਰ, ਉਹੀ ਪੰਜਾਬ ਨੂੰ ਬਚਾ ਪਾਊਗੀ, ਵਰਨਾ ਪੰਜਾਬ ਕ੍ਰਾਈਸਿਸ ਦੇ ਵਿੱਚ ਹੈ। ਹਾਂ, ਇਸ ਵਾਰ ਇੱਕ ਵੱਡੀ ਗੱਲ ਸਾਹਮਣੇ ਆਈ ਜਿਵੇਂ ਮੁਫਤ ਦੇ ਵਾਅਦੇ, ਮੁਫਤ ਦੇਣ ਦੇ ਵਾਅਦੇ, ਮੁਫਤ ਦੇ ਵਾਅਦੇ ਨਹੀਂ, ਮੈਂ ਕਹੂੰਗਾ ਮੁਫਤ ਦੇਣ ਦੇ ਵਾਅਦੇ, ਉਹ ਛਾਏ ਤਾਂ ਹੈ, ਪਰ ਇੱਕ ਵੱਡਾ ਗੱਲ ਇਹ ਹੈ ਕਿ ਯੂਥ ਨੂੰ, ਨੌਜਵਾਨੀ ਨੂੰ ਅੱਗੇ ਰੱਖ ਕੇ ਐਲਾਨੀ ਗਈਆਂ ਕੁਝ ਗੱਲਾਂ, ਕੁਝ ਮਹਿਲਾ ਵਰਗ ਨੂੰ ਬਹੁਤ ਅੱਗੇ ਰੱਖ ਕੇ ਐਲਾਨੀਆਂ ਗਈਆਂ। ਕੀ ਤੁਹਾਨੂੰ ਲੱਗਦਾ ਵੀ ਇਹ ਕਿ ਸਿਆਸੀ ਤਰ੍ਹਾਂ ਪੈਂਤੜਾ ਬਦਲ ਕੇ ਚੱਲ ਰਹੀਆਂ ਸੀਗੀਆਂ? ਨਹੀਂ, ਇਹ ਤਾਂ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਇਹ ਤਾਂ ਉਹਨਾਂ ਨੇ ਆਪਦਾ ਜਲੂਸ ਹੀ ਕਢਾਇਆ। ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਆਪਣਾ ਮੁਫਤ ਵਾਲਾ ਜਲੂਸ ਕਢਾਇਆ, ਔਰ ਉਸ ਤੋਂ ਬਾਅਦ ਉਹਨਾਂ ਦੇ ਮਗਰ ਕਾਂਗਰਸ ਲੱਗ ਗਈ, ਅਕਾਲੀ ਲੱਗ ਗਏ, ਤਾਂ ਫਿਰ ਤੀਜਾ ਕਾਂਗਰਸ ਵੀ ਨਹੀਂ ਪਿੱਛੇ ਹਟੀ। ਇੱਕ ਦਿਨ ਸਿੱਧੂ ਸਾਹਿਬ ਨੇ ਵੀ ਅਨਾਊਂਸ ਕਰਤੇ ਸੀ, ਔਰ ਸੋਸ਼ਲ ਮੀਡੀਆ ਤੇ ਜਦੋਂ ਆਊਟਰੇਜ ਹੋਇਆ ਉਹਨਾਂ ਨੇ ਅਗਲੇ ਦਿਨ ਤੋਂ ਚੁੱਪ ਕਰ ਗਏ। ਔਰ ਤੁਸੀਂ ਨੋਟ ਕਰੋ, ਆਖਰੀ ਦਿਨਾਂ ਵਿੱਚ ਮੁਫਤ ਵਾਲੀ ਰਾਜਨੀਤੀ ਪਿੱਛੇ ਰਹਿ ਗਈ ਸੀ। ਕੋਈ ਪੋਲੀਟੀਕਲ ਪਾਰਟੀ ਗੱਲ ਨਹੀਂ ਸੀ ਕਰ ਰਹੀ ਮੁਫਤ ਵਾਲੀ, ਉਹ ਪੰਜਾਬ ਦੇ ਮੁੱਦੇ ਚੱਕਣ ਲੱਗ ਪਏ ਸੀ। ਲਾਸਟ 10 ਦਿਨ ਤੁਸੀਂ ਨੋਟ ਕਰੋ, ਇਸ ਇਲੈਕਸ਼ਨ ਦੇ 10 ਦਿਨ ਪੰਜਾਬ ਦੀ ਗੱਲ ਹੀ ਹੋ ਰਹੀ ਸੀ। ਇਹ ਠੀਕ ਹੈ ਕਿ ਭਾਜਪਾ ਦੇ ਆਉਣ ਤੋਂ ਬਾਅਦ ਫਿਰ ਹਿੰਦੂ ਸਿੱਖ ਹੋਣ ਲੱਗ ਪਿਆ ਸੀ, ਡੇਰੇ ਹੋਣ ਲੱਗ ਪਏ ਸੀ, ਪਰ ਕੁੱਲ ਮਿਲਾ ਕੇ ਵੋਟ ਜਿਹੜੀ ਪਈ ਆ ਪੰਜਾਬ ਦੇ ਮੁੱਦਿਆਂ ਨੂੰ ਪਈ ਆ। ਔਰ ਮੈਂ ਗਰੰਟੀ ਕਰਦਾ ਕਿ ਇਹਦੇ ਜਿਹੜੇ ਰਿਜ਼ਲਟ ਹੈਗੇ ਉਹ ਲੰਬੇ ਸਮੇਂ ਲਈ ਬਹੁਤ ਪੋਜ਼ਿਟਿਵ ਰਹਿਣਗੇ। ਇਸ ਵਾਰ ਪੰਜਾਬ ਨੂੰ ਕੋਈ ਫਾਇਦਾ ਹੋਵੇ ਨਾ ਹੋਵੇ ਮੈਨੂੰ ਲੱਗ ਨਹੀਂ ਰਿਹਾ। ਜੇ ਕਿਸੇ ਇੱਕ ਪਾਰਟੀ ਦੀ ਸਰਕਾਰ ਬਣ ਜੇ ਤਾਂ ਵਧੀਆ, ਠੀਕ ਹੈ, ਪਰ ਜੇ ਨਹੀਂ ਬਣੇਗੀ ਤਾਂ 2-2.5 ਸਾਲਾਂ ਵਿੱਚ ਅਸੀਂ ਦੁਬਾਰਾ ਇਲੈਕਸ਼ਨਾਂ ਦੇ ਵਿੱਚ ਹੋਵਾਂਗੇ, ਮੇਬੀ ਉਦੋਂ ਵੀ ਘੱਟ ਸਮੇਂ ਦੇ ਵਿੱਚ। ਔਰ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਅਗਲੀ ਵਾਰੀ ਵਧੀਆ ਮਤਲਬ ਕਿ ਵਰਡਿਕਟ ਸਾਹਮਣੇ ਆਊਗਾ। ਤੁਹਾਡੇ ਸੰਦੇਸ਼ਕ ਚੌਸਰ ਦੇ ਵਿੱਚ, ਮਨੋਰੰਜਨ ਵਾਲੇ ਦੇ ਵਿੱਚ, ਤੁਸੀਂ ਜਿਹੜੇ ਹੁਣ ਐਤਕੀ ਮਸਲੇ ਚੱਲੇ ਸੀ ਸਵੀਟ ਆਤੰਕਵਾਦੀ, ਕੋਈ ਇਹੋ ਜਿਹੀ ਇੱਕ ਤੁਹਾਡੀ ਗੱਲ 'ਚ ਸਾਹਮਣੇ ਆਈ? ਨਹੀਂ, ਇਹ ਨਵਾਂ ਜਿਹੜਾ ਸ਼ਬਦ ਹੈ ਕੇਜਰੀਵਾਲ ਸਾਹਿਬ ਨੇ ਕਿ ਨਵਾਂ ਸਾਨੂੰ ਸਵੀਟ ਅੱਤਵਾਦੀ, ਚਲੋ ਠੀਕ ਹੈ। ਪੋਲੀਟਿਕਸ ਨੇ ਜਿਹੜਾ ਹੁੰਦਾ ਨਾ ਉਹ ਸ਼ਬਦਾਂ ਦੀ ਖੇਡ ਕੇ ਬੰਦੇ ਨੂੰ ਗੁੰਮਰਾਹ ਕਰਨਾ ਹੁੰਦਾ, ਤਾਂ ਮੈਂ ਵੀ ਚੌਸਰ 'ਚ ਬਹੁਤ ਗੁੰਮਰਾਹ ਕੀਤਾ ਇੱਕ ਤਰੀਕੇ ਨਾਲ, ਕਿਉਂਕਿ ਮੈਂ ਉੱਥੇ ਹੁਣ ਇੱਕ ਪੋਲੀਟੀਕਲ ਐਨਵਾਇਰਨਮੈਂਟ ਕ੍ਰੀਏਟ ਕਰਨਾ ਸੀ, ਸਾਜ਼ਿਸ਼ਾਂ ਕ੍ਰੀਏਟ ਕਰਨੀਆਂ ਸੀ। ਉੱਥੇ ਇਹੋ ਜਿਹੇ ਜੁਮਲੇ ਅਸੀਂ ਕਾਫੀ ਉਹਦੇ ਵਿੱਚ ਵਰਤੇ, ਔਰ ਤਾਂ ਕਿ ਇੰਟਰਟੇਨਮੈਂਟ ਕਰੀਏ, ਦਰਸ਼ਕ ਰਿਲੇਟ ਕਰ ਸਕਣ ਪੰਜਾਬ ਦੀ ਪੋਲੀਟਿਕਸ ਨਾਲ। ਔਰ ਸਾਰੀ ਦੇਸ਼ ਦੀ ਪੋਲੀਟਿਕਸ ਅਨਫੋਰਚੂਨੇਟਲੀ ਹੈ ਹੀ ਇਹੋ ਜਿਹੀ ਕਿ ਉਹ ਤੁਹਾਨੂੰ ਜੁਮਲਿਆਂ ਵਿੱਚ ਉਲਝਾਉਂਦੀ ਹੈ। ਤੁਹਾਨੂੰ ਯਾਦ ਹੋਵੇ ਤਾਂ ਕਿਸੇ ਵੇਲੇ ਕਾਂਗਰਸ ਸਰਕਾਰ ਲੈ ਕੇ ਆਈ ਸੀ ਫੀਲ ਗੁੱਡ ਫੈਕਟਰ, ਠੀਕ ਹੈ, ਫਿਰ ਸ਼ਾਈਨਿੰਗ ਇੰਡੀਆ ਆ ਗਿਆ, ਹੈ ਨਾ। ਫਿਰ ਇੱਕ ਮੈਂ ਐਡ ਕਰਾਂ, ਇੱਕ ਆਇਆ ਸੀ ਗਰੀਬੀ ਹਟਾਓ। ਫਿਰ ਗਰੀਬੀ ਹਟਾਓ ਤਾਂ ਇੰਦਰਾ ਗਾਂਧੀ ਜੀ ਦਾ ਫੇਵਰਟ ਨਾਰਾ ਸੀ, ਉਹ ਹਰ 5 ਸਾਲਾਂ ਬਾਅਦ ਗਰੀਬੀ ਹਟਾਓ ਦਾ ਨਾਰਾ ਹੀ ਲਾਉਂਦੇ ਸਨ। ਅਤੇ ਫਿਰ ਮੁੜ ਕੇ ਕੀ ਹੋਇਆ, ਫਿਰ ਇਹੋ ਜਿਹਾ ਸ਼ਾਈਨਿੰਗ ਇੰਡੀਆ ਆਇਆ, ਫਿਰ ਮੇਕ ਇੰਡੀਆ ਆ ਗਿਆ। ਤਾਂ ਇਹੋ ਜਿਹੇ ਜੁਮਲੇ ਜਿਹੜੇ ਹੈਗੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਵਾਰ-ਵਾਰ ਇਹ ਕ੍ਰੀਏਟ ਕਰਦੇ ਰਹੇ ਹੈਗੇ, ਪਰ ਇਹ ਜੁਮਲੇ ਹੁੰਦੇ ਆ, ਇਹਨਾਂ ਦੇ 15 ਲੱਖ ਵਾਂਗੂ ਇਹ ਕਦੇ ਨਹੀਂ ਸੱਚ ਹੋਣੇ ਹੁੰਦੇ। ਬਸ ਠੀਕ ਹੈ, ਜੁਮਲੇ ਨੇ ਇਹ, ਵਧੀਆ, ਲੋਕੀ ਇਹਨਾਂ 'ਚ ਫਸ ਜਾਂਦੇ ਆ। ਹਾਂ, ਤੁਸੀਂ ਚੌਸਰ ਰਾਹੀਂ ਇੱਕ ਚੀਜ਼ ਦੱਸਣੀ ਚਾਹੀਏ ਕਿ ਸਿਆਸਤ ਕਿਵੇਂ ਖੇਡਦੇ ਨੇ ਲੋਕ, ਕਿਵੇਂ ਸੋਚ ਕੇ ਬੰਦੇ ਆਉਂਦੇ ਨੇ ਵਿੱਚ, ਪਰ ਉਹਦਾ ਨਤੀਜਾ ਕੀ ਹੁੰਦਾ। ਤੁਸੀਂ ਸ਼ਖਸੀਅਤ ਰੂਪ ਦੇ ਵਿੱਚ ਵੀ ਦੇਖਿਆ ਅਤੇ ਉਹਦੇ 'ਚ ਉਕਰਿਆ ਵੀ ਹੈ ਸ਼ਬਦਾਂ ਦੇ ਵਿੱਚ, ਅਤੇ ਐਕਟਰਾਂ ਨੇ ਉਭਾਰਿਆ ਵੀ ਹੈ। ਤੁਸੀਂ ਕੀ ਲੱਗਦੇ ਹੋ ਵੀ ਇਹ ਜਿਹੜੇ ਕਿ ਮਹਿਲਾ ਵਰਗ ਨੂੰ, ਉਹ 'ਚ ਮਹਿਲਾ ਵਰਗ ਤੁਹਾਡਾ, ਮਹਿਲਾ ਇੱਕ ਖਾਸ ਕਿਰਦਾਰ ਹੈ, ਅਤੇ ਮਹਿਲਾ ਵਰਗ ਕੋਈ ਸੰਦੇਸ਼ ਲਊਗਾ, ਜਾਂ ਨੌਜਵਾਨ ਸੰਦੇਸ਼ ਲੈਣਗੇ, ਜਾਂ ਸਿਆਸਤਵਾਨ ਗੁੱਸੇ ਹੋਣਗੇ ਤੁਹਾਡੇ? ਨਹੀਂ, ਸਿਆਸਤ ਵਾਲਾ ਅਸੀਂ ਕੋਈ ਨਾਰਾਜ਼ ਕੀਤਾ ਹੀ ਨਹੀਂ, ਅਸੀਂ ਕਿਸੇ ਦੇ ਖਿਲਾਫ ਅਸੀਂ ਕੁਝ ਕੀਤਾ ਨਹੀਂ ਇਹੋ ਜਿਹਾ। ਅਸੀਂ ਚਾਹੁੰਦੇ ਨਹੀਂ ਸੀ ਕਿ ਐਡੀ ਵੱਡੀ ਵੈੱਬ ਸੀਰੀਜ਼ ਬਣ ਰਹੀ ਹੈ, ਮਤਲਬ ਕਿ 100 ਤੋਂ ਜ਼ਿਆਦਾ ਐਕਟਰ ਕੰਮ ਕਰ ਰਹੇ ਹੈਗੇ, ਐਡਾ ਵੱਡਾ ਕ੍ਰਿਊ ਹੈ, ਇੰਨੇ ਪੈਸੇ ਲੱਗਣੇ। ਅਸੀਂ ਚਾਹੁੰਦੇ ਨਹੀਂ ਸੀ ਕਿ ਕਿਸੇ ਕੰਟਰੋਵਰਸੀ ਦਾ ਸ਼ਿਕਾਰ ਹੋਈਏ, ਕਿਉਂਕਿ ਸਾਡਾ ਮਕਸਦ ਇਹ ਸੀਗਾ ਕਿ ਅਸੀਂ ਪੰਜਾਬੀ ਵੈੱਬ ਸੀਰੀਜ਼ ਦੇ ਰਾਹੀਂ ਨੈਸ਼ਨਲ ਲੈਵਲ ਦੇ ਉੱਪਰ ਜਿਹੜਾ ਮੁਕਾਬਲਾ ਕਰਨਾ ਸੀ। ਅਸੀਂ ਟੋਟਲੀ ਫੋਕਸ ਸੀਗੇ ਫਿਲਮ ਦੇ ਉੱਪਰ, ਠੀਕ ਹੈ, ਫਿਲਮ ਮੇਕਿੰਗ ਦੇ ਉੱਪਰ ਫੋਕਸ ਸੀਗੇ। ਅਸੀਂ ਇਸ ਪੰਗੇ 'ਚ ਪੈਣਾ ਨਹੀਂ ਸੀ ਚਾਹੁੰਦੇ। ਕੋਈ ਸੰਦੇਸ਼, ਮੈਂ ਦੱਸ ਰਿਹਾ, ਮਹਿਲਾ ਵਰਗ ਨੂੰ ਕੋਈ ਸੰਦੇਸ਼ ਮਿਲ ਸਕਦਾ, ਨੌਜਵਾਨ ਨੂੰ ਮਿਲ ਸਕਦਾ ਵੀ ਸਿਆਸਤ ਹੁੰਦੀ ਆਏ ਹੈ। ਜਿਵੇਂ ਮੈਂ ਇੱਕ ਜ਼ਿਕਰ ਕਰਾਂ ਮਾਲਵੇ ਦਾ ਹੀ, ਉਹੀ ਬਠਿੰਡੇ ਤੋਂ ਅਮਰਦੀਪ ਗਿੱਲ ਨੇ ਜਿਹੜੇ, ਅਤੇ ਉਹਨਾਂ ਨੇ ਇੱਕ ਗੈਂਗਸਟਰ ਨੂੰ ਬਠਿੰਡਾ ਜਿਵੇਂ ਬੰਬਈ ਨੂੰ ਲੈ ਕੇ ਲਿਆ ਜਾਂਦਾ ਸੀਗਾ, ਤੁਸੀਂ ਸਿਆਸਤ ਨੂੰ ਪੰਜਾਬੀ 'ਚ ਲਿਆਂਦਾ ਵਧੀਆ ਤਰੀਕੇ ਨਾਲ। ਪਹਿਲਾਂ ਆਈਆਂ ਫਿਲਮਾਂ ਜਾਂ ਸੀਰੀਜ਼ ਸ਼ਾਇਦ ਮੈਂ ਨਹੀਂ ਜਾਣਦਾ, ਫਿਲਮਾਂ ਜ਼ਰੂਰ ਆਈਆਂ ਨੇ, ਪਰ ਇੰਨੇ ਵਧੀਆ ਤਰੀਕੇ ਨਾਲ ਜਿਵੇਂ ਤੁਸੀਂ ਕੀਤੀਆਂ ਨੇ, ਇੱਕ ਨਵਾਂ ਬਦਲ ਦਿੱਤਾ। ਪੰਜਾਬੀ 'ਚ ਵੀ ਸਿਆਸਤ ਦੀ ਗੱਲ ਹੋਣੀ ਚਾਹੀਦੀ ਹੈ, ਅਤੇ ਲੋਕਾਂ ਨੂੰ ਸਿੱਖਣਾ ਵੀ ਚਾਹੀਦਾ। ਜਿਹੜੀਆਂ ਤੁਸੀਂ ਦੇਖੀਆਂ ਵਿੱਚੋਂ ਗੱਲਾਂ, ਸਿੱਖਣ ਦੀ ਕੋਈ ਸੰਭਾਵਨਾ ਹੈ? ਆਫ ਕੋਰਸ, ਘੱਟੋ ਘੱਟ ਰਾਜਨੀਤੀ ਤਾਂ ਸਿੱਖ ਹੀ ਲੈਣਗੇ ਕਿ ਉਹਨਾਂ ਨੂੰ ਘੱਟੋ ਘੱਟ ਇਹ ਪਤਾ ਲੱਗ ਜਾਊਗਾ ਕਿ ਆਹ ਸਾਡੇ ਨਾਲ ਹੁੰਦਾ। ਕਿਸਾਨ ਅੰਦੋਲਨ ਦੇ ਦੌਰਾਨ ਕਿਵੇਂ ਕਿਸਾਨ ਅੰਦੋਲਨ ਨੂੰ ਹਾਈਜੈਕ ਕਰਨ ਦੀ ਕਿੰਨੇ ਵਾਰੀ ਕੋਸ਼ਿਸ਼ ਕੀਤੀ ਗਈ ਸਰਕਾਰੀ ਤੇ ਪ੍ਰਾਈਵੇਟ ਪੱਧਰ ਦੇ ਉੱਪਰ। ਤਾਂ ਅਸੀਂ ਇਹਦੇ ਵਿੱਚ ਇਹੀ ਦਿਖਾਇਆ ਕਿ ਕਿੱਦਾਂ ਮਤਲਬ ਕਿ ਚੀਜ਼ਾਂ ਪਲਾਨ ਹੁੰਦੀਆਂ, ਕਿੱਦਾਂ ਮੀਡੀਆ ਇਸਤੇਮਾਲ ਕੀਤਾ ਜਾਂਦਾ, ਮੀਡੀਆ ਵੀ ਮਿਸਯੂਜ਼ ਹੋ ਜਾਂਦਾ ਕਈ ਵਾਰੀ, ਔਰ ਇਹਦੇ ਵਿੱਚ ਕਿੱਦਾਂ ਮਤਲਬ ਕਿ ਲੋਕਾਂ ਦੇ ਸੈਂਟੀਮੈਂਟਸ ਨਾਲ, ਧਰਮ ਦੇ ਤੌਰ ਦੇ ਉੱਪਰ, ਔਰ ਕਿੱਦਾਂ ਇਹਦੇ ਵਿੱਚ ਫਰਾਡ
ਫਰਾਡ ਹੋ ਜਾਂਦੇ ਨੇ, ਕਿੱਦਾਂ ਪੈਸੇ ਖਾਦੇ ਜਾਂਦੇ ਨੇ। ਆਪਣੇ ਹੀ ਬੰਦੇ ਨੂੰ ਪਹਿਲਾਂ ਗਲਤ ਕੰਮ ਕਰਨ ਲਈ ਛੁੱਟੀ ਦਿੱਤੀ ਜਾਂਦੀ ਹੈ ਵੀ ਤੂੰ ਗਲਤ ਕੰਮ ਕਰ ਲੈ, ਆਪਦੇ ਹੀ ਬੰਦੇ ਦੀ ਜਸੂਸੀ ਕਰਕੇ ਮੁੜ ਕੇ ਵੀਡੀਓ ਕਲਿੱਪ ਆ ਜਾਂਦਾ ਹੈ। ਜਿਵੇਂ ਕਿ ਇਸ ਦੇ ਵਿੱਚ ਵੀ ਅਜਿਹਾ ਅਸੀਂ ਸੀਨ ਪਾਏ ਹੈਗੇ ਕਿ ਪਹਿਲਾਂ ਆਪਦਾ ਬੰਦਾ ਗਲਤ ਕੰਮ ਕਰ ਰਿਹਾ ਉਹਨੂੰ ਕਰਨ ਦਿਓ, ਉਹਦੇ ਵੀਡੀਓਜ਼ ਤਿਆਰ ਕਰੋ, ਤੇ ਜਦੋਂ ਉਹ ਮਾੜਾ ਜਿਹਾ ਬਾਗੀ ਹੋਣ ਦੀ ਕੋਸ਼ਿਸ਼ ਕਰਦਾ ਉਹਨੂੰ ਠੋਕ ਦਿਓ। ਤਾਂ ਅਸੀਂ ਇਹੋ ਜਿਹੇ ਸਾਰੇ ਉਹਦੀ incident- ਫਾਈਲ ਲੈ ਜਾਓ ਜਾ ਕੇ ਸੋਨੀਆ ਗਾਂਧੀ ਕੋਲੇ ਜਾਂ ਅਮਿਤ ਸ਼ਾਹ ਕੋਲੇ। ਹਾਂ ਇਹਦੇ ਵਿੱਚ ਅਸੀਂ ਈਡੀ ਦਾ ਵੀ ਚੰਗਾ ਰੋਲ ਦਿਖਾਇਆ ਕਿ ਈਡੀ ਕਿੱਦਾਂ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਟੈਰਰਾਈਜ਼ ਕਰਦੀ ਹੈ। ਤਾਂ ਇਹੋ ਜਿਹੀ ਚੀਜ਼ ਅਸੀਂ ਲਿੱਤੀ ਹੈਗੀ, ਪਰ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਬੰਦੇ ਨੂੰ ਹਿੱਟ ਨਹੀਂ ਕੀਤਾ। ਹੁਣ ਕਿਸਾਨ ਅੰਦੋਲਨ ਦੇ ਵਿੱਚੋਂ ਕਿਹੜੇ ਤੁਸੀਂ ਹਿੱਸੇ ਇਹਦੇ 'ਚ ਲਏ ਹੈ ਜਿਹੜੇ ਖਾਸ ਸੰਦੇਸ਼ ਵਾਹਕ ਹੋ ਸਕਦੇ ਨੇ? ਕਿਉਂਕਿ ਜਿਹੜਾ ਹੁਣ ਕਿਸਾਨ ਅੰਦੋਲਨ ਦਾ ਅੰਤ ਹੁੰਦਾ ਨਜ਼ਰ ਆ ਰਿਹਾ ਉਹ ਤਾਂ ਸਕਾਰਾਤਮਕ ਮੇਰੀ ਨਜ਼ਰ 'ਚ ਤਾਂ ਨਹੀਂ ਹੋ ਰਿਹਾ, ਕਿਉਂਕਿ ਉਹ ਸਿਆਸਤ ਨੂੰ ਇਗਨੋਰ ਕਰਦੇ ਸੀਗੇ, ਉਹੀ ਸਿਆਸਤ ਦੇ ਵਿੱਚ ਆ ਗਏ ਤੇ ਰਿਜ਼ਲਟ ਵੀ ਮੈਨੂੰ ਲੱਗਦਾ ਉਹਨਾਂ ਲਈ ਵੀ ਨਵੇਂ ਕਿਸਮ ਦੇ ਆਉਣ। ਮਾੜਾ ਹਾਂ, ਉਹਨਾਂ ਲਈ ਵਧੀਆ ਰਿਜ਼ਲਟ ਨਹੀਂ ਆਊਗਾ। ਇਹਦੇ ਵਿੱਚ ਆਹ ਕਿਸਾਨ ਅੰਦੋਲਨ ਤੋਂ ਇਹ ਬੇਸਿਕਲੀ ਪਹਿਲਾਂ ਲਿਖੀ ਜਾ ਚੁੱਕੀ ਸੀ ਆਲਮੋਸਟ, ਇਹ ਕਿਸਾਨ ਅੰਦੋਲਨ ਤੋਂ ਕਾਫੀ ਪੁਰਾਣੀ ਲਿਖੀ ਹੋਈ ਹੈ। ਤੇ ਉਹਦੇ ਵਿੱਚ ਕਿਸਾਨ ਅੰਦੋਲਨ ਦਾ ਇੰਪੈਕਟ ਤਾਂ ਨਹੀਂ ਹੈ, ਪਰ ਇੱਕ ਜ਼ਰੂਰ ਮੈਸੇਜ ਹੈਗਾ ਕਿ ਜਦੋਂ ਲੋਕ ਰਲ ਕੇ ਇਕੱਠੇ ਹੋ ਕੇ ਸੰਘਰਸ਼ ਕਰਨਗੇ ਤਾਂ ਜ਼ਰੂਰ ਉਹਨਾਂ ਨੂੰ ਫਾਇਦਾ ਹੋਊਗਾ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਆਹ ਜਿਹੜਾ, ਹਾਲਾਂਕਿ ਸ਼ੁਰੂ ਦੇ ਵਿੱਚ ਮੈਂ ਵੀ ਸਪੋਰਟਰ ਸੀਗਾ ਕਿ ਇਹਨਾਂ ਨੂੰ ਇਲੈਕਸ਼ਨ ਲੜਨੇ ਚਾਹੀਦੇ ਹੈਗੇ, ਪਰ ਇਹਨਾਂ ਨੇ ਜਿੰਨੀ ਕੱਚੀ ਪੱਕੀ ਤਿਆਰੀ ਦੇ ਨਾਲ ਛਾਲ ਮਾਰਤੀ, ਮੈਨੂੰ ਲੱਗਦਾ ਉਹ ਨੁਕਸਾਨਦਾਇਕ ਹੋ ਗਈ। ਉਲਟਾ ਉਹ ਪੰਜਾਬ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਕਰ ਗਈ। ਪੰਜਾਬ ਦਾ ਨੁਕਸਾਨ ਕਰੇਗੀ, ਪੰਜਾਬ ਦੇ ਵਿਸ਼ਵਾਸ ਦਾ ਵੀ ਨੁਕਸਾਨ ਕਰੇਗੀ ਮੈਨੂੰ ਲੱਗਦਾ ਹੈ, ਕਿਉਂਕਿ ਜਿੰਨੇ ਵਿਸ਼ਵਾਸ ਨਾਲ ਪੰਜਾਬ ਦਾ ਯੂਥ ਜੋ ਜਿੱਥੇ ਨਸ਼ੇ ਦੇ ਵਿੱਚ ਦੋਸ਼ ਲੱਗਦੇ ਸੀ ਉਹ ਕਿੱਥੇ ਅਗਵਾਈ ਕੀਤੀ ਉਹਨੇ, ਕਿੰਨੇ ਵਧੀਆ ਤਰੀਕੇ ਨਾਲ ਕੀਤੀ, ਇਹ ਸਾਰੇ ਕਿਤੇ ਗਈ ਸੀ ਗੱਲ। ਪਰ ਹੁਣ ਇੱਕ ਗੱਲ ਹੋਰ ਨਿਕਲ ਕੇ ਆ ਰਹੀ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਚੌਸਰ ਹਮੇਸ਼ਾ ਪਹਿਲਾਂ ਨੇਤਾ ਵਿਛਾਉਂਦੇ ਨੇ, ਕੀ ਤੁਸੀਂ ਇਹ ਅਗਲੀ ਕੋਈ ਗੱਲ ਕਰੋਗੇ ਵੀ ਵੋਟਰ ਵੀ ਚੌਸਰ ਵਿਛਾਇਆ ਕਰ ਨੇਤਾਵਾਂ ਵਾਸਤੇ ਕੁਛ ਨਾ ਕੁਛ? ਨਹੀਂ, ਆਹ ਤੁਹਾਡੀ ਗੱਲ ਬਿਲਕੁਲ ਨਵੀਂ ਹੈ। ਜਦੋਂ ਇਹਦੀ ਕਿਤੇ ਅਸੀਂ ਸੈਸ਼ਨ 2 ਲਿਖਾਂਗੇ ਤਾਂ ਅਸੀਂ ਦੇਖਾਂਗੇ ਕਿ ਆਮ ਲੋਕ ਵੀ ਕਿਵੇਂ ਗੜਬੜ ਕਰਦੇ ਆ। ਤਾਂ ਸ਼ਰਤ ਹੀ ਆ ਉਹਦੇ ਵਿੱਚ ਲੋਕਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਔਰ ਮੈਂ ਲੈਣਾ ਵੀ ਚਾਹੂੰਗਾ। ਕਿਵੇਂ ਪੈਸੇ ਲੈ ਕੇ ਲੋਕ ਵੋਟ ਪਾਉਂਦੇ ਨੇ, ਧਰਮ ਦੇ ਨਾਮ ਤੇ ਵੋਟ ਪਾਉਂਦੇ ਨੇ, ਉਹ ਵੀ ਤਾਂ ਸਟੂਪਿਡਿਟੀ ਹੈ ਨਾ ਜੀ। ਠੀਕ ਹੈ, ਅਸੀਂ ਕਹਿ ਦਿੰਦੇ ਹਾਂ ਕਿ ਪੋਲੀਟਿਕਸ ਧਾਰਮਿਕ ਲੋਕਾਂ ਦੇ ਸੈਂਟੀਮੈਂਟਸ ਇਸਤੇਮਾਲ ਕਰਦੀ ਹੈ। ਲੋਕ ਆਪਣੇ ਸੈਂਟੀਮੈਂਟਸ ਆਪ ਖਰਾਬ ਕਰਦੇ ਆ। ਤੁਸੀਂ ਸਰਕਾਰ ਤਾਂ ਚੁਣੀ ਹੈ ਰਾਜਨੀਤੀ ਚਲਾਉਣ ਵਾਸਤੇ ਜਾਂ ਰਾਜਕਾਜ ਚਲਾਉਣ ਵਾਸਤੇ, ਤੇ ਧਰਮ ਦੇ ਆਧਾਰ ਤੇ ਵੋਟ ਪਾਉਣਾ ਤੁਹਾਡੇ ਤੋਂ ਵੱਡਾ ਮੂਰਖ ਕੌਣ ਹੋਊਗਾ? ਤੁਸੀਂ ਗੁਰਦੁਆਰੇ ਦੇ ਪੁਜਾਰੀ ਥੋੜੀ ਚੁਣਨੇ ਆ। ਤੁਸੀਂ ਗੁਰਦੁਆਰੇ ਦਾ ਮਤਲਬ ਕਿ ਗ੍ਰੰਥੀ ਨਹੀਂ ਚੁਣਨਾ, ਤੁਸੀਂ ਮੰਦਿਰ ਦਾ ਪੁਜਾਰੀ ਨਹੀਂ ਚੁਣਨਾ, ਤੁਸੀਂ ਪ੍ਰਸ਼ਾਸਨਿਕ ਲੋਕ ਚੁਣਨੇ ਨੇ। ਤੇ ਤੁਸੀਂ ਉਹਨਾਂ ਨੂੰ ਪ੍ਰਸ਼ਾਸਨ ਦੇ ਨਾਮ ਤੇ ਵੋਟ ਪਾਓ ਨਾ, ਉਹਨਾਂ ਦੀਆਂ ਪਾਲਿਸੀਆਂ ਦੇ ਨਾਮ ਤੇ ਵੋਟ ਪਾਓ ਨਾ। ਤੁਸੀਂ ਆਪ ਧਰਮ ਦੇ ਨਾਮ ਤੇ ਵੋਟ ਪਾ ਰਹੇ ਹੋ, ਜਾਤ ਦੇ ਨਾਮ ਤੇ ਵੋਟ ਪਾ ਰਹੇ ਹੋ। ਦੇਖੋ ਐਤਕੀ ਕਿੱਡਾ ਵੱਡਾ ਦਲਿਤ ਪੱਤਾ ਖੇਡਿਆ ਗਿਆ। ਠੀਕ ਹੈ, ਹੁਣ ਦਲਿਤ ਵਿਚਾਰੇ ਤਾਂ ਉਹਨਾਂ ਦੀ ਜ਼ਿੰਦਗੀ ਤਾਂ ਕਦੇ ਨਹੀਂ ਬਦਲੀ। ਜੇ ਇਹ ਵੋਟਾਂ ਉਹਨਾਂ ਦੀ ਜ਼ਿੰਦਗੀ ਸਵਾਰ ਸਕਦੀਆਂ ਹੁੰਦੀਆਂ, 70 ਸਾਲ ਬਹੁਤ ਹੁੰਦੇ ਆ। ਉਹ ਤਾਂ ਹਰ ਵਾਰ ਵਿਚਾਰਿਆਂ ਦੇ ਸੈਂਟੀਮੈਂਟਸ ਇਸਤੇਮਾਲ ਹੀ ਹੁੰਦੇ ਆ ਨਾ। ਲੇਕਿਨ ਉਹ ਨਹੀਂ, ਅਸੀਂ ਲੋਕ ਆਮ ਲੋਕ ਸਮਝ ਪਾਉਂਦੇ। ਅਸੀਂ ਆਮ ਲੋਕ ਬੇਵਕੂਫ ਹਾਂ। ਅਸੀਂ ਗਲਤ ਤਰੀਕੇ ਨਾਲ ਵੋਟ ਪਾਉਂਦੇ ਹਾਂ। ਸਾਨੂੰ ਓਸ਼ੋ ਸਹੀ ਪਿੜਦਾ ਸੀ, ਕਹਿੰਦਾ ਇਸ ਦੇਸ਼ ਦੇ ਵਿੱਚ ਜਦੋਂ ਤੱਕ ਤੁਸੀਂ ਜਵਾਕ ਜੰਮਣ ਦੇ ਉੱਪਰ ਤੇ ਵੋਟ ਪਾਉਣ ਦੇ ਉੱਪਰ ਪਾਤਰਤਾ ਤੈਅ ਨਹੀਂ ਕਰਦੇ ਨਾ, ਐਲੀਜੀਬਿਲਟੀ, ਇਸ ਦੇਸ਼ ਦਾ ਕੁਝ ਨਹੀਂ ਵੱਟੀਦਾ। ਜਣੇ ਖਣੇ ਨੂੰ ਤੁਸੀਂ ਵਿਆਹ ਕਰਾਉਣ ਦਾ ਅਧਿਕਾਰ ਦਿੱਤਾ ਹੋਇਆ, ਜਣੇ ਖਣੇ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੋਇਆ, ਕਹਿੰਦਾ ਇਸ ਦੇਸ਼ ਦਾ ਕੁਝ ਨਹੀਂ ਸੁਧਰ ਸਕਦਾ। ਸਾਨੂੰ ਚਲੋ ਤੁਸੀਂ ਬਹੁਤ ਵੱਡੇ ਵਿਚਾਰਕ ਦੀ ਗੱਲ ਕੀਤੀ, ਉਹਦੀਆਂ ਗੱਲਾਂ ਵੀ ਇੱਥੋਂ ਦੇ ਲੋਕਾਂ ਨੂੰ ਜਲਦੀ ਸਮਝ ਨਹੀਂ ਆਉਂਦੀਆਂ, ਮੇਰਾ ਮੰਨਣਾ ਇਹ। ਅੱਛਾ, ਹੁਣ ਆਪਾਂ ਗੱਲ ਕਰੀਏ, ਤੁਸੀਂ ਕੀਤਾ ਵੀ ਜਿਹੜਾ ਆਪਾਂ ਪੁਜਾਰੀ ਨਹੀਂ ਚੁਣਨੇ, ਆਪਾਂ ਸਟੇਟ ਚਲਾਉਣ ਵਾਲੇ ਚੁਣਨੇ ਆ, ਦੇਸ਼ ਚਲਾਉਣ ਵਾਲੇ ਚੁਣਨੇ ਆ, ਤੇ ਤੁਹਾਡੀ ਨੁਮਾਇੰਦਗੀ ਕਰਨ ਵਾਲੇ ਚੁਣਨੇ ਆ। ਹੁਣ 4 ਚਿਹਰੇ ਨੇ, ਸੁਖਵੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਤੇ ਆਪਣਾ ਭਗਵੰਤ ਸਿੰਘ ਮਾਨ, ਤੇ ਇੱਕ ਚਿਹਰਾ ਤੁਸੀਂ ਆਪ ਹੀ ਨਾਲ ਲਾ ਲਿਓ, ਭਗਵੰਤ ਮਾਨ। ਤੇ ਹੁਣ ਤੁਸੀਂ ਦੱਸੋ ਵੀ ਇਹਨਾਂ ਚੋਂ ਕਿਹੜਾ ਵਧੀਆ ਪ੍ਰਸ਼ਾਸਕ ਹੋ ਸਕਦਾ, ਕਿਹੜਾ ਵਧੀਆ ਸੂਬੇ ਨੂੰ ਰੌਂ 'ਚ ਲੈ ਕੇ ਜਾ ਸਕਦਾ? ਤੁਸੀਂ ਮੈਨੂੰ ਕਿਉਂ ਕਿਸੇ ਨਾਲ ਨਾਰਾਜ਼ ਕਰਵਾਉਂਦੇ ਹੋ? ਮੈਂ ਤਾਂ ਪਹਿਲਾਂ ਹੀ ਤੇਰਾ ਕੁਝ ਭੁਗਤੀ ਬੈਠਾ, ਪਰ ਸਟਿਲ ਮੈਂ ਕਹੂੰਗਾ ਕਿ ਅਸੀਂ ਬਾਕੀਆਂ ਜਿਨ੍ਹਾਂ ਨੂੰ ਟਰਾਈ ਕਰ ਚੁੱਕੇ ਹਾਂ, ਹੁਣ ਉਹਨਾਂ ਨੂੰ ਦੁਬਾਰਾ ਟਰਾਈ ਕਰਨ ਦਾ ਕੋਈ ਮਤਲਬ ਕਿ ਲੌਜਿਕ ਨਹੀਂ ਬਣਦਾ ਸੀਗਾ। ਭਗਵੰਤ ਮਾਨ ਨਵਾਂ ਸੀ, ਨਵਜੋਤ ਸਿੰਘ ਸਿੱਧੂ ਨਵਾਂ ਸੀ। ਨਵਜੋਤ ਸਿੰਘ ਸਿੱਧੂ ਦੀ ਥੋੜ੍ਹੀ ਜਿਹੀ ਪ੍ਰੋਬਲਮ ਸੀ ਕਿ ਉਹ ਇਹੋ ਜਿਹੀ ਪਾਰਟੀ ਵਿੱਚ ਸੀ ਜਿਹੜੀ ਪਾਰਟੀ ਉਹਨਾਂ ਨੂੰ ਐਕਸੈਪਟ ਨਹੀਂ ਕਰਦੀ। ਉਹਨਾਂ ਕੋਲੇ ਪੰਜਾਬ ਵਿਕਾਸ ਮਾਡਲ ਸੀ, ਸਭ ਤੋਂ ਵਧੀਆ ਸੀ, ਲੇਕਿਨ ਇਹੋ ਜਿਹੇ ਮਾਡਲ ਦਾ ਕੀ ਫਾਇਦਾ ਜਿਹੜੀ ਉਹਦੀ ਪਾਰਟੀ ਹੀ ਸਵੀਕਾਰ ਨਹੀਂ ਕਰਦੀ। ਉਹਨਾਂ ਦੀ ਪਾਰਟੀ ਹੀ ਉਹਨਾਂ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ। ਉਹਨਾਂ ਲਈ ਬਹੁਤ ਔਖਾ ਸੀ ਕਿ ਪੰਜਾਬ 'ਚ ਸਵੀਕਾਰ ਹੋ ਜਾਂਦੇ। ਤਾਂ ਲੈ ਦੇ ਕੇ ਸਾਡੇ ਕੋਲ ਇੱਕ ਹੀ ਬੰਦਾ ਬਚਦਾ, ਭਗਵੰਤ ਮਾਨ। ਮੈਂ ਫਿਰ ਕਹਿੰਦਾ ਕਿ ਉਹ ਕੱਲ੍ਹ ਨੂੰ ਗਲਤ ਵੀ ਸਾਬਤ ਹੋ ਸਕਦਾ, ਨਲਾਇਕ ਵੀ ਸਾਬਤ ਹੋ ਸਕਦਾ, ਪਰ ਮੇਰੀ ਦਿਲੀ ਇੱਛਾ ਹੈ ਕਿ ਇੱਕ ਚਾਂਸ ਭਗਵੰਤ ਮਾਨ ਨੂੰ ਤੇ ਆਪ ਨੂੰ ਮਿਲਣਾ। ਯਾਨੀ ਤੁਹਾਡਾ ਕਹਿਣ ਦਾ ਮਤਲਬ ਵੀ ਰੁੱਤ ਨਵਿਆਂ ਦੀ ਆਈ ਹੈ? ਹਾਂ, ਆਉਣੀ ਚਾਹੀਦੀ ਹੈ। ਤੇ ਪਰ ਨਵੇਂ ਦੇ ਵਿੱਚ ਥੋੜ੍ਹਾ ਜਿਹਾ ਸੰਜੀਦਗੀ ਨਹੀਂ ਮੰਨੀ ਜਾਂਦੀ। ਉਹ ਕਹਿੰਦੇ ਕਈ ਇੱਕ ਦੋਸ਼ ਲੱਗ ਰਿਹਾ ਕਮੇਡੀ ਸ਼ੋਅ ਨਹੀਂ ਚਲਾਉਣਾ। ਸਿੱਧੂ ਸਾਹਿਬ 'ਤੇ ਵੀ ਇਹੀ ਦੋਸ਼ ਰੱਖ ਲਿਆ ਤੇ ਆਪਣੇ ਭਗਵੰਤ ਮਾਨ 'ਤੇ ਵੀ ਦੋਸ਼ ਰੱਖ ਲਿਆ, ਸੰਜੀਦਾ ਬੰਦਾ ਚਾਹੀਦਾ। ਤੇ ਜੇ ਆਪਾਂ ਗੱਲ ਕਰੀ ਚਰਨਜੀਤ ਚੰਨੀ, ਆਪਾਂ ਇੱਕ ਵਰਗ ਦੀ ਗੱਲ ਕਰਦੇ ਸੀ, ਤੁਸੀਂ ਮੇਰੇ ਹਿਸਾਬ ਨਾਲ, ਮੈਂ ਗਲਤ ਨਾ ਤਾਂ ਸਮਝੋਗੇ, ਪਰ ਅੰਡਰ ਐਸਟੀਮੇਟ ਕੀਤਾ ਗਿਆ ਸੀ। ਉਹਨਾਂ ਨੇ ਕਿਵੇਂ ਸਿਸਟਮ ਬਦਲਿਆ ਇਹ ਸਾਰਿਆਂ ਦੇ ਸਾਹਮਣੇ ਆ। ਤੁਹਾਨੂੰ ਲੱਗਦਾ ਨਹੀਂ ਵੀ ਚੰਨੀ ਨੂੰ ਚਾਹੇ ਇੱਕ ਵਰਗ ਕਰਕੇ ਰਿਪੀਟ ਕੀਤਾ ਹੋਵੇ, ਪਰ
ਕੀ ਉਹ ਜੇ ਅੱਗੇ ਆਉਂਦੇ ਆ ਤਾਂ ਅਗਵਾਈ ਕਰਨ ਦੇ ਯੋਗ ਨਹੀਂ ਹੋਣਗੇ? ਨਹੀਂ ਦੇਖੋ, ਉਹਨਾਂ ਕੋਲੇ ਸਿਰਫ 111 ਦਿਨ ਸੀਗੇ ਜੀ। ਔਰ ਆਲਰੇਡੀ ਉਹ ਇੱਕ ਬਹੁਤ ਵੱਡੀ ਇਹੋ ਜਿਹੀ ਟੀਮ 'ਚ ਘਿਰੇ ਸੀ। ਉਹਨਾਂ ਦਾ ਬਹੁਤਾ ਜ਼ੋਰ, ਜਿਵੇਂ ਨਾਈਟ ਵਾਚਮੈਨ ਨਹੀਂ ਹੁੰਦਾ ਕ੍ਰਿਕਟ ਵਿੱਚ, ਤਾਂ ਉਹਨਾਂ ਨੇ 111 ਦਿਨ ਕਾਂਗਰਸ ਦੀ ਵਿਕਟ ਡਿੱਗਣ ਤੋਂ ਬਚਾਉਣੇ ਸੀਗੇ, ਤਾਂ ਬਹੁਤ ਅਗਰੈਸਿਵ ਹੋ ਨਹੀਂ ਸੀ ਸਕਦੇ। ਔਰ ਸਾਰੀ ਪਾਰਟੀ ਨਾਰਾਜ਼ ਸੀ। ਸਿੱਧੂ ਸਾਹਿਬ ਜਿਹੜੇ ਸੀਗੇ ਉਹ ਇੱਕ ਪ੍ਰੈਸ਼ਰ ਸੀਗੇ, ਤਲਵਾਰ ਸੀ ਲਟਕਦੀ ਹੋਈ ਸਿਰ ਤੇ ਉਹਨਾਂ ਦੇ। ਦੂਜੀ ਗੱਲ, ਜਾਖੜ ਸਾਹਿਬ ਨਾਰਾਜ਼ ਹੋ ਚੁੱਕੇ ਸੀ। ਸੁਖੀ ਰੰਧਾਵਾ ਸਾਹਿਬ ਜਿਹੜੇ ਸੀ ਉਹ ਹੋਰ ਪਾਸੇ ਚੱਲ ਰਹੇ ਸੀ, ਜਾਂ ਇਦਾਂ ਕਹੀਏ ਮਨੀਸ਼ ਤਿਵਾੜੀ ਦੇ ਸੁਰ ਬਦਲੇ ਹੋਏ ਸੀ, ਰਵਨੀਤ ਬਿੱਟੂ ਹੋਰੀ, ਸਾਰੀ ਤਾਂ ਉਹਨਾਂ ਦੀ ਟੀਮ ਖਿੰਡੀ ਹੋਈ ਸੀਗੀ। ਤਾਂ ਉਹਨਾਂ ਵਿਚਾਰਿਆਂ ਦਾ ਤਾਂ ਇੱਕ ਹੀ ਕੰਮ ਸੀ ਵੀ ਕਿਸੇ ਤਰੀਕੇ ਮੈਂ 111 ਦਿਨ ਕਾਂਗਰਸ ਸਰਕਾਰ ਦਾ ਪਟਾਕਾ ਨਾ ਪੈਣ ਦੇਵਾਂ। ਇਸ ਦੇ ਵਿੱਚੋਂ ਜ਼ਰੂਰ ਵਧੀਆ ਰਹੇ। ਤੇ ਜੇ ਤੁਸੀਂ ਕਹੋ ਕਿ ਪੰਜਾਬ ਦੀ ਅਗਵਾਈ ਕਰਨ ਵਾਲੇ ਆ, ਮੈਂ ਫੇਰ ਕਹਿਣਾ ਕਾਂਗਰਸ ਦਾ ਕੋਈ ਵੀ ਬੰਦਾ ਜਿਸ ਨੇ ਪੰਜਾਬ ਦੀ ਅਗਵਾਈ ਕਰਨ ਦਾ ਦਾਅਵਾ ਕਰਨਾ, ਪਹਿਲਾਂ ਤਾਂ ਉਹ ਸਾਬਤ ਕਰੇ ਕਿ ਮੈਂ ਕਾਂਗਰਸ ਦੀ ਅਗਵਾਈ ਕਰਦਾ। ਕਾਂਗਰਸ ਹੀ ਆਪਣੇ ਲੀਡਰਾਂ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ। ਅਸੀਂ ਪੰਜਾਬ ਦੇ ਲੋਕ ਕਿਵੇਂ ਮੰਨਾਂਗੇ? ਕਾਂਗਰਸ ਇੰਨੀ ਪਾਟੀ ਹੋਈ ਕਾਂਗਰਸ ਹੈ ਇਸ ਵੇਲੇ। ਤੇ ਤੁਸੀਂ ਦੇਖੋ ਕਿ ਚੰਨੀ ਸਾਹਿਬ ਪਹਿਲਾਂ ਕਾਂਗਰਸ ਨੂੰ ਇਕੱਠੀ ਕਰਨਗੇ, ਬਹੁਤ ਵੱਡਾ ਚੈਲੰਜ ਹੈ ਜੇ ਉਹ ਦੁਬਾਰਾ ਆ ਜਾਂਦੇ ਹੈਗੇ, ਜਾਂ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਪਾਵਰ ਮਿਲਦੀ ਹੈ। ਕਾਂਗਰਸ ਦੀ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੀ ਇਹੀ ਹੈ ਕਿ ਇਹਦੇ ਵਿੱਚ 8-10 ਪਾਵਰ ਸੈਂਟਰ ਹੋ ਚੁੱਕੇ ਹੈਗੇ, ਆਪ ਦੇ ਵਿੱਚ ਕੋਈ ਵੱਖਰਾ ਪਾਵਰ ਸੈਂਟਰ ਨਹੀਂ ਹੈ। ਰਹੀ ਗੱਲ ਕਮੇਡੀ ਦੀ, ਕਮੇਡੀ ਕਰਦਾ ਕੌਣ ਨਹੀਂ? ਨਵਜੋਤ ਸਿੰਘ ਸਿੱਧੂ ਕਮੇਡੀ ਨਹੀਂ ਕਰਦੇ, ਕਿ ਸੁਖਬੀਰ ਬਾਦਲ ਕਮੇਡੀ ਨਹੀਂ ਕਰਦੇ, ਭਗਵੰਤ ਮਾਨ ਜਿੰਨੀ ਕਮੇਡੀ ਉਹ ਵੀ ਕਰੀ ਜਾਂਦੇ ਆ। ਠੀਕ ਹੈ, ਸਾਰੇ ਹੀ ਕਮੇਡੀ ਕਰੀ ਜਾਂਦੇ। ਔਰ ਪੰਜਾਬ ਦੇ ਲੋਕਾਂ ਦਾ ਕਸੂਰ ਹੈ, ਪੰਜਾਬ ਦੇ ਲੋਕ ਕਮੇਡੀ ਪਸੰਦ ਕਰਦੇ ਆ, ਤਾਂ ਹੀ ਤਾਂ ਕਮੇਡੀ ਫਿਲਮਾਂ ਬਣਦੀਆਂ ਇੱਥੇ। ਆ ਸੰਜੀਦਾ ਕੰਮ ਚੱਲਦਾ ਹੀ ਨਹੀਂ। ਪੰਜਾਬ ਦੇ ਲੋਕ ਆਪ ਹੀ ਸੀਰੀਅਸਲੀ ਨਾਨ ਸੀਰੀਅਸ ਆਪਣੇ ਬਾਰੇ, ਰਾਜਨੀਤੀ ਉਹਨਾਂ ਬਾਰੇ ਕੀ ਸੀਰੀਅਸ ਹੋਵੇ। ਚਲੋ ਫਿਰ ਆਪਾਂ ਇੱਕ ਗੱਲ ਕਰਦੇ ਹਾਂ। ਲਾਸਟ ਜਿਹੜੀ ਗੱਲ ਚੱਲੀ ਆ ਰਹੀ ਹੈ ਵੀ ਸਾਰਿਆਂ ਦੀ ਗੱਲ ਨਿਕਲੀ ਹੈ ਗੱਠ ਜੋੜ ਦੀ ਸਰਕਾਰ ਬਣੇਗੀ, ਤੇ ਜਿਹੜੀ ਦੂਸਰੀ ਪਾਰਟੀ ਉਹ ਕਮੇਡੀ ਸ਼ਾਇਦ ਘੱਟ ਕਰਦੀ ਨਜ਼ਰ ਆ ਰਹੀ ਹੈ। ਕੀ ਉਹ ਅਗਵਾਈ ਕਰਕੇ ਨਾਲ ਜੋੜ ਕੇ ਆ ਸਕਦੀ ਹੈ? ਕਿਹੜੀ? ਭਾਜਪਾ। ਹਾਂ, ਮਿਲ ਕੇ ਦੋ ਝੰਡੀਆਂ ਇੱਕ ਝੰਡੇ 'ਚ। ਹਾਂ ਦੇਖੋ, ਜੇ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਭਾਜਪਾ ਤੇ ਅਕਾਲੀ ਇਕੱਠੇ ਹੋ ਜਾਣਗੇ। ਹੈ ਇਕੱਠੇ ਆ ਬੇਸਿਕਲੀ ਉਹ। ਇਹ ਤਾਂ ਠੀਕ ਹੈ, ਉੱਤੋਂ ਹੁਣ ਇੱਕ ਦੂਜੇ ਨੂੰ ਨਿਹੋਰੇ ਜੇ ਮਾਰੀ ਜਾਂਦੇ ਹੈਗੇ। ਉਹ ਤਾਂ ਉਹਨਾਂ ਦਾ ਤਾਂ ਜਿਹੜਾ ਰਿਸ਼ਤਾ ਹੈਗਾ ਉਹ ਤਾਂ ਮਤਲਬ ਕਿ ਜੇਠ ਤੇ ਛੜੇ ਜੇਠ ਦੇ ਭਰਜਾਈ ਵਾਲਾ ਰਿਸ਼ਤਾ, ਉਹ ਤਾਂ ਇੱਕ ਦੂਜੇ ਤੋਂ ਟੁੱਟ ਨਹੀਂ ਸਕਦੇ। ਉਹਨਾਂ ਦੇ ਕੋਲੇ ਕੋਈ ਆਪਸ਼ਨ ਨਹੀਂ ਹੈਗੀ। ਸਰਕਾਰ ਬਣੂਗੀ ਤਾਂ ਉਹਨਾਂ ਦੀ ਰਲ ਕੇ ਬਣੂਗੀ। ਦੂਜੇ ਪਾਸੇ ਜਿਹੜੀ ਹੈਗੀ ਆਪ ਦੇ ਲਈ ਬਹੁਤ ਔਖਾ ਹੈ ਕਿ ਜੇ ਮੰਨ ਲਓ ਉਹਨਾਂ ਦੀਆਂ 5-7-10 ਸੀਟਾਂ ਘਟ ਗਈਆਂ, ਉਹਨਾਂ ਨੂੰ ਦੇਊ ਕੌਣ? ਠੀਕ ਹੈ, ਤੇ ਜੇ 2-3 ਦਿਨ ਨਾ ਮਿਲੀ ਤਾਂ ਹੋ ਸਕਦਾ ਉਹਨਾਂ ਵਿੱਚੋਂ ਪੂਰਾ ਦਾ ਪੂਰਾ ਇੱਕ ਅੱਧਾ ਧੜਾ ਟੁੱਟ ਕੇ ਦੂਜੇ ਪਾਸੇ ਚਲਾ ਜਾਵੇ, ਕਿਉਂਕਿ ਆਪ ਦੇ ਵਿੱਚ ਬਹੁਤ ਸਾਰੇ ਬੰਦੇ ਨਵੇਂ ਹੈਗੇ, ਵਿਚਾਰਿਆਂ ਦਾ ਕੋਈ ਬੇਸ ਨਹੀਂ ਹੈਗਾ। ਉਹਨਾਂ ਨੂੰ ਤੋੜਨਾ, ਡਰਾਉਣਾ, ਖਰੀਦਣਾ ਬਹੁਤ ਸੌਖਾ ਹੋਊਗਾ। ਤੇ ਰਹਿ ਗਈ ਗੱਲ ਕਾਂਗਰਸ ਦੀ, ਕਾਂਗਰਸ ਡਿਪੈਂਡ ਕਰਦਾ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ। ਪਰ ਕਾਂਗਰਸ ਨੂੰ ਵੀ ਕੌਣ ਦੇਊਗਾ ਸਮਰਥਨ? ਪ੍ਰੋਬਲਮ ਤਾਂ ਇਹ ਨਾ, ਆਪ ਤੇ ਕਾਂਗਰਸ ਦੋਨੋਂ ਹੁਣੇ ਹੀ ਮੈਂਟਲੀ ਪ੍ਰਪੇਅਰ ਹੋ ਜਾਣ ਤਾਂ ਦੋਨਾਂ ਦਾ ਬਚਾਅ ਹੈ। ਠੀਕ ਹੈ, ਹੁਣੇ ਹੀ ਅੰਦਰ ਖਾਤੇ ਕੋਈ ਗੱਠ ਜੋੜ ਕਰ ਲੈਣ, ਮੈਨੂੰ ਵਿੱਚ ਪਾ ਲੈਣ, ਮੈਂ ਕਰਾਉਣ ਨੂੰ ਤਿਆਰ ਹਾਂ। ਤੇ ਪਰ ਤੁਸੀਂ ਆਫਰ ਦਿੱਤੀ? ਹਾਂ, ਮੇਰੀ ਦੋਨਾਂ ਨੂੰ ਆਫਰ ਹੈ ਕਿ ਤੁਸੀਂ ਸਿਆਣੇ ਹੋ ਜਾਓ। ਨਹੀਂ ਤਾਂ ਫਿਰ ਕਲੀਅਰ ਹੈ ਕਿ ਜੇ ਗੱਠ ਜੋੜ ਦੀ ਸਰਕਾਰ ਬਣੂਗੀ, ਅਕਾਲੀ ਦਲ ਤੇ ਭਾਜਪਾ ਦੀ ਬਣੂਗੀ, ਔਰ ਜਿਹੜੀ ਵੱਡੀ ਆਪਸ਼ਨ ਹੈਗੀ ਫਿਰ ਲਾਸਟ ਬਚੂਗੀ, ਨਹੀਂ ਤਾਂ ਰਾਸ਼ਟਰਪਤੀ ਰਾਜ ਦੀ ਹੈ। ਹਾਂ, ਅੱਛਾ, ਰਾਸ਼ਟਰਪਤੀ ਰਾਜ ਤਾਂ ਖੈਰ ਭਾਜਪਾ ਦੇ ਹਿੱਸੇ ਨਹੀਂ ਆਉਂਦਾ, ਕੇਂਦਰ 'ਚ ਉਹੀ ਹੈ। ਜੇ ਉਹਨਾਂ ਦੇ ਤੀਚ ਨਹੀਂ ਹੈ, ਕਾਂਗਰਸ ਦੇ ਸੀਗਾ, ਸ਼ਾਇਦ ਉਹ ਨਾ ਆਵੇ। ਪਰ ਇੱਕ ਗੱਲ ਹੈ ਜਿਹੜੀ ਲਾਸਟ ਨੂੰ ਗੱਲ ਪੁੱਛਣੀ ਚਾਹੁੰਦਾ, ਚੌਸਰ ਦੀ ਗੱਲ ਕਰਦੇ ਹਾਂ। ਚੌਸਰ ਨੂੰ ਤੁਸੀਂ ਸਿਆਸੀ ਚੌਸਰ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਲਾਸਟ ਦਿਨਾਂ ਦੇ ਵਿੱਚ 5-7 ਦਿਨਾਂ ਦੇ ਵਿੱਚ ਜਿਹੜੀ ਪਾਰਟੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ, ਉੱਥੇ ਇੱਕ ਬਿਆਨ ਨਿਕਲ ਕੇ ਆਉਂਦਾ ਕਿ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਬਣਦਾ, ਭਗਵੰਤ ਮਾਨ ਤੇ ਫੂਲਕਾ ਸਾਹਿਬ ਨੂੰ ਲੜਾ ਦੇਂਗੇ ਤੇ ਮੁੱਖ ਮੰਤਰੀ ਮੈਂ ਬਣ ਜੂ। ਅੱਗੋਂ ਇੱਕ ਬਹੁਤ ਵੱਡੀ ਸ਼ਖਸੀਅਤ ਜਵਾਬ ਦਿੰਦੀ ਹੈ, ਸੰਸਥਾਪਕ ਨੇ ਉਸ ਪਾਰਟੀ ਦੇ, ਉਹ ਨਾਲ ਰਹੇ ਨੇ। ਉਹ ਕਹਿੰਦੇ ਵੀ ਤੁਸੀਂ ਅਲਗਾਵਵਾਦੀਆਂ ਨੂੰ ਮਿਲ ਰਹੇ ਹੋ ਤੇ ਇਹ ਕੱਲ ਚੰਗਾ ਨਹੀਂ, ਚੰਗਾ ਪ੍ਰਭਾਵ ਨਹੀਂ ਪੈਣਾ। ਉਹ ਕਹਿੰਦੇ ਮੈਂ ਨਹੀਂ ਸਟੇਟ ਦਾ ਮੁੱਖ ਮੰਤਰੀ ਬਣ ਜੂ, ਨਹੀਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜੂ। ਇਹਦੇ ਵਿੱਚ ਕਿਹੜੀ ਸਿਆਸੀ ਚੌਸਰ ਤੁਹਾਨੂੰ ਨਜ਼ਰ ਆਈ ਸੀ? ਜਾਂ ਇੱਕ ਹੋਰ ਸਵੀਟ ਤੰਕਵਾਦੀ ਤੋਂ ਬਾਅਦ ਨਵਾਂ ਸ਼ਬਦ ਆਇਆ, ਇਹ 'ਚ ਕਿਹੜੀ ਚੌਸਰ ਵਿਛਾਉਣ ਦੀ ਕੋਸ਼ਿਸ਼ ਕੀਤੀ ਗਈ ਹੈ? ਥੋੜ੍ਹਾ ਜਿਹਾ ਸੰਖੇਪ ਤੇ ਸੰਜੀਦਾ ਤਰੀਕੇ ਨਾਲ ਦੱਸਿਓ ਕਿ ਤੁਸੀਂ, ਤੁਹਾਡੀ ਸਮਰਥਨ ਵਾਲੀ ਪਾਰਟੀ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਰਾਜ ਸੰਭਾਲਦੇ ਆ ਜੀ, ਤਾਂ 5 ਪਾਸਿਓਂ ਪੰਜਾਬ ਘਿਰਿਆ ਹੋਇਆ ਸੀ ਜੀ। ਉਧਰੋਂ ਮਹਾਰਾਸ਼ਟਰੀਅਨ ਜਿਹੜੇ ਪੰਜਾਬ ਤੇ ਅਟੈਕ ਕਰ ਰਹੇ ਸੀ ਨੇ, ਦੂਰੋਂ ਰਾਜਸਥਾਨ ਦੇ ਲੋਕ, ਪਹਾੜੀ ਲੋਕ, ਮੁਸਲਮਾਨ ਤਾਂ ਸੀ ਤੇ ਅੰਗਰੇਜ਼, 5 ਪਾਸਿਓਂ ਪੰਜਾਬ ਘਿਰਿਆ ਹੋਇਆ ਸੀ। ਔਰ ਇਕੱਲੇ ਮਹਾਰਾਜਾ ਰਣਜੀਤ ਸਿੰਘ ਨੇ ਪੰਜੇ ਠੋਕ ਕੇ ਰੱਖਤੇ। ਦਿੱਲੀ ਤੋਂ ਚੱਲ ਕੇ ਬਿੱਲ ਲੈ ਕੇ ਆਉਂਦੇ ਆ, ਸਾਡੇ ਕਿਸਾਨ ਦਿੱਲੀ ਵਿੱਚ ਜਾ ਕੇ ਉਹ ਠੋਕ ਕੇ ਆਉਂਦੇ ਆ। ਜੇ ਕੇਜਰੀਵਾਲ ਸਾਹਿਬ ਦੇ ਦਿਮਾਗ 'ਚ ਇਹੋ ਜਿਹਾ ਕੋਈ ਭੁਲੇਖਾ ਹੈਗਾ ਕਿ ਉਹ ਪੰਜਾਬੀਆਂ ਦੇ ਉੱਪਰ ਰਾਜ ਕਰ ਸਕਦੇ ਨੇ ਚਲਾਕੀ ਨਾਲ, ਤਾਂ ਉਹਨਾਂ ਦੀ ਵਿਚਾਰਿਆਂ ਦੀ ਬਹੁਤ ਸਵੀਟ ਜੀ ਗਲਤਫਹਿਮੀ ਹੈ ਇਹ। ਅਸੀਂ ਅਹਿਮਦ ਸ਼ਾਹ ਅਬਦਾਲੀ ਨਹੀਂ ਝੱਲਿਆ, ਅਸੀਂ ਜਨਰਲ ਡਾਇਰ ਨਹੀਂ ਝੱਲਿਆ, ਮਤਲਬ ਕਿ ਕੇਜਰੀਵਾਲ ਕੀ ਚੀਜ਼ ਆ ਵਿਚਾਰਾ। ਔਰ ਦੂਜੀ ਗੱਲ, ਜੇ ਤੁਸੀਂ ਕਹਿੰਦੇ ਹੋ ਕਿ ਉਹ ਇੱਦਾਂ ਦੀ ਪੋਲੀਟਿਕਸ ਖੇਡ ਸਕਦਾ, ਤੁਸੀਂ ਉਹ ਦਿਨ ਯਾਦ ਕਰੋ ਜਿੱਦਣ ਕਾਂਗਰਸ ਦਾ ਵਿੱਚ ਪ੍ਰਧਾਨ ਚੀਫ ਮਿਨਿਸਟਰ ਆਪਣਾ ਕੈਪਟਨ ਸਾਹਿਬ ਨੂੰ ਹਟਾਇਆ ਜਾਂਦਾ ਤੇ 1-2-3 ਦਿਨਾਂ 'ਚ ਕਿੰਨੇ ਚੀਫ ਮਿਨਿਸਟਰ ਆਉਂਦੇ, ਕਿੰਨੇ ਲੈ ਜਾਂਦੇ ਆ। ਉਹਦਾ ਨਾਮ ਆ ਗਿਆ, ਉਹਨੂੰ ਫੁੱਲ ਦੇਣ ਜਾਂਦੇ, ਇੰਨੇ 'ਚ ਦੂਜੇ ਦਾ, ਤੀਜੇ ਦਾ, ਚੌਥੇ ਦਾ। ਸਿੱਧੂ ਸਾਹਿਬ ਕਿਸੇ ਇੱਕ ਨੂੰ ਬਣਨ ਨਹੀਂ ਸੀ ਦੇ ਰਹੇ।
ਔਰ ਸਿੱਧੂ ਸਾਹਿਬ ਨੇ ਫਾਈਨਲੀ ਮੋਹਰ ਲਾਈ ਕਿਸ ਦੇ ਉੱਪਰ, ਚੰਨੀ ਸਾਹਿਬ ਦੇ ਨਾਮ ਤੇ। ਸਿੱਧੂ ਦੇ ਦਿਮਾਗ 'ਚ ਇਹ ਸੀ ਕਿ ਚੰਨੀ ਵਿਚਾਰਾ ਗਰੀਬੜਾ ਜਿਹਾ ਬੰਦਾ ਹੈਗਾ ਔਰ ਮਗਰਲੀ ਸਫਾਂ ਦਾ ਹੈਗਾ, ਇਹਨੂੰ ਮੈਂ ਜਦੋਂ ਕਹੂੰਗਾ ਕੁਰਸੀ ਛੱਡ ਦੂਗਾ। ਹੁਣ ਇਹ ਰਾਮਾਇਣ ਦਾ ਜ਼ਮਾਨਾ ਥੋੜ੍ਹੀ ਹੈ ਕਿ ਰਾਮ ਜੀ ਚਲੇ ਗਏ ਤੇ ਭਰਤ ਉਹਨਾਂ ਦੀਆਂ ਕੁਰਸੀਆਂ ਲੈ ਕੇ ਬਹਿ ਜੂ। ਮੈਂ ਉਦੋਂ ਵੀ ਅਨਾਊਂਸ ਕੀਤਾ ਸੀਗਾ ਕਿ ਜਿੱਦਣ ਚੰਨੀ ਸਾਹਿਬ ਕੁਰਸੀ ਤੇ ਬਹਿ ਗਏ 2 ਘੰਟੇ ਵੀ ਬਹਿ ਗਏ, ਸਿੱਧੂ ਸਾਹਿਬ ਗਏ। ਔਰ ਉਹੀ ਹੋਇਆ, ਚੰਨੀ ਸਾਹਿਬ ਨੇ ਹੀ ਸਿੱਧੂ ਸਾਹਿਬ ਨੂੰ ਢਾਲਿਆ। ਜਿਹੜਾ ਬੰਦਾ ਕੁਰਸੀ ਤੇ ਬਹਿ ਜਾਂਦਾ ਮਹਾਰਾਜ ਉਹ ਬਹੁਤ ਤਾਕਤਵਰ ਹੁੰਦਾ। ਜਿੱਦਣ ਭਗਵੰਤ ਕੁਰਸੀ ਤੇ ਬੈਠੂਗਾ ਤੁਸੀਂ ਉਦੋਂ ਦਿੱਲੀ ਨੂੰ ਪੁੱਛਾਂਗੇ ਹੁਣ ਦੱਸੋ ਕਿਹੜੇ ਭਾਅ ਚੱਲਦਾ ਕੰਮ ਇੱਥੇ, ਠੀਕ ਹੈ। ਸੋ ਕੋਈ ਕੁਰਸੀ ਤੇ ਬੈਠਾ ਬੰਦਾ ਦਾ ਕੁਰਸੀ ਤੇ ਬੈਠਾ ਤਾਂ ਤੁਹਾਨੂੰ ਪਤਾ ਬਿੱਲਾ ਨਹੀਂ ਮਾਣ ਹੁੰਦਾ, ਉਹ ਤਾਂ ਫਿਰ ਮਤਲਬ ਕਿ ਵੱਡੇ ਵੱਡੇ ਪੋਲੀਟੀਸ਼ੀਅਨਸ ਨੇ ਪੰਜਾਬ ਦੇ, ਕੁਰਸੀ ਦਿਮਾਗ ਖਰਾਬ ਕਰ ਦਿੰਦੀ ਹੈ, ਬੰਦੇ ਨੂੰ ਬਹੁਤ ਕੁਝ ਬਦਲ ਦਿੰਦੀ ਹੈ। ਪਾਲੀ ਸਾਹਿਬ ਨੇ ਇੱਕ ਬੜੀ ਖਾਸ ਤੇ ਸੰਜੀਦਗੀ ਨਾਲ ਬੜੀ ਗੱਲ ਕੀਤੀ ਹੈ ਕਿ ਕੇਜਰੀਵਾਲ ਇਹ ਭਰਮ ਛੱਡ ਦੇਣ, ਪੰਜਾਬੀਆਂ ਨੂੰ ਸਿਆਸੀ ਚੌਸਰ ਦੇ ਵਿੱਚ ਨਹੀਂ ਆਉਣ ਵਾਲੇ, ਕਿਉਂਕਿ ਜੇ ਉਹਨਾਂ ਨੇ ਭਰਮ ਪਾਲਿਆ ਕਿ ਪੰਜਾਬੀਆਂ ਨੂੰ ਵੱਖ ਕਰਕੇ ਉਹ ਰਾਜ ਕਰ ਸਕਦੇ ਆ, ਇਹ ਗਲਤਫਹਿਮੀ, ਸਵੀਟ ਗਲਤਫਹਿਮੀ ਛੱਡ ਦੇਣ। ਮੈਨੂੰ ਲੱਗਦਾ ਕਿ ਪੰਜਾਬੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਇੱਥੇ ਦਿਲ ਨਾਲ ਤਾਂ ਦੁਨੀਆ ਜਿੱਤੀ ਜਾ ਸਕਦੀ ਹੈ, ਦਿਮਾਗ ਨਾਲ ਨਹੀਂ ਜਿੱਤੀ ਜਾ ਸਕਦੀ। ਪਰ ਸਿਆਸਤ ਖੇਡ ਦਿਮਾਗ ਦੀ ਹੈ ਅਤੇ ਦਿਮਾਗ ਅਤੇ ਦਿਲ ਦਾ ਹਮੇਸ਼ਾ ਟਕਰਾਅ ਹੁੰਦਾ ਰਹਿੰਦਾ ਹੈ। ਸਿਆਸੀ ਚੌਸਰ ਦੇ ਵਿੱਚ ਅਗਲਾ ਰੰਗ ਪਾਲੀ ਸਾਹਿਬ ਕੀ ਲੈ ਕੇ ਆਉਂਦੇ ਨੇ ਅਤੇ ਆਉਣ ਵਾਲੇ ਨਤੀਜਿਆਂ ਦੇ ਵਿੱਚ ਵੋਟਰਾਂ ਨੇ ਸਿਆਸੀ ਚੌਸਰ ਨੂੰ ਕਿਸ ਤਰ੍ਹਾਂ ਸਮਝਿਆ, ਉਹ 10 ਤੋਂ ਬਾਅਦ ਪਤਾ ਲੱਗੇਗਾ। ਉਸ ਤੋਂ ਬਾਅਦ ਫਿਰ ਅਸੀਂ ਦਰਸ਼ਕਾਂ ਨੂੰ ਮਿਲਦੇ ਹਾਂ। ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਲਿਬਰੇਟ।